Students, here is Ramandeep Kaur and welcome you all on my YouTube channel Education Booster. ਇਸ ਪਾਰਟ ਦੇ ਵਿੱਚ ਜੀ ਆਪਾਂ ਕਰਨਾ ਆਰਟੀਕਲਸ ਐਂਡ ਆਰਟੀਕਲਸ ਇਜ਼ ਅ ਇੰਪੋਰਟੈਂਟ ਪਾਰਟ ਆਫ ਇੰਗਲਿਸ਼ ਗ੍ਰਾਮਰ ਆਪਣੇ ਹਰੇਕ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਆਉਂਦੀ ਹੈ। ਪੰਜਾਬ ਦਾ ਕੋਈ ਵੀ ਕੰਪੀਟੀਟਿਵ ਐਗਜ਼ਾਮ ਹੋਵੇ ਉਹਦੇ ਲਈ ਇੱਕ ਇੰਪੋਰਟੈਂਟ ਪਾਰਟ ਪਲੇ ਕਰਦੀ ਹੈ ਇੰਗਲਿਸ਼ ਗ੍ਰਾਮਰ। ਕਿਸੇ ਦੇ ਵਿੱਚ ਇੰਗਲਿਸ਼ ਦੀ ਜੋ ਗ੍ਰਾਮਰ ਹੈ 25 ਮਾਰਕਸ ਦੀ ਹੁੰਦੀ ਹੈ, ਕਿਸੇ ਦੇ ਵਿੱਚ ਕਿੰਨੇ ਮਾਰਕਸ ਦੀ ਹੁੰਦੀ ਹੈ, ਤੇ ਉਹਦੇ ਵਿੱਚੋਂ ਵੀ ਇੱਕ ਮੇਨ ਟੌਪਿਕ ਹੈ ਆਰਟੀਕਲਸ, ਜਿਹੜਾ ਕਿ ਸਾਰੇ ਐਗਜ਼ਾਮਸ ਲਈ ਇੰਪੋਰਟੈਂਟ ਹੈ, ਚਾਹੇ ਉਹ ਪੰਜਾਬ ਦੇ ਨੇ ਚਾਹੇ ਉਹ ਸੈਂਟਰ ਲੈਵਲ ਦੇ ਨੇ। ਤਾਂ ਇਸ ਵੀਡੀਓ ਦੇ ਵਿੱਚ ਆਪਾਂ ਕੁਝ ਕੁ ਰੂਲਸ ਨੇ ਜਿਹੜੇ ਆਰਟੀਕਲਸ ਦੇ ਕਵਰ ਕਰਾਂਗੇ ਫੁੱਲ ਫਲੈਜ ਤਰੀਕੇ ਨਾਲ, ਵਿਦ ਫੁੱਲ ਐਕਸਪਲੇਨੇਸ਼ਨ ਐਂਡ ਐਗਜ਼ਾਮਪਲਸ ਨਾਲ ਕਰਾਂਗੇ ਤੇ ਬਹੁਤ ਈਜ਼ੀ ਤਰੀਕੇ ਨਾਲ ਕਰਾਉਂਗੀ। ਯਕੀਨ ਮੰਨਿਓ ਇਸ ਤਰੀਕੇ ਨਾਲ ਗ੍ਰਾਮਰ ਆਈ ਡੋਂਟ ਨੋ ਤੁਸੀਂ ਇਸ ਤੋਂ ਪਹਿਲਾਂ ਪੜ੍ਹੀ ਹੋਊਗੀ ਕਿ ਨਹੀਂ, ਪਰ ਪੂਰੀ ਐਕਸਪਲੇਨੇਸ਼ਨ ਨਾਲ ਕਰਵਾਉਂਗੀ। ਔਰ ਇਹਦੇ ਵਿੱਚ ਮੈਂ ਇੱਕ ਚੀਜ਼ ਮੈਂਸ਼ਨ ਕੀਤੀ ਹੈ ਫਸਟ ਸਲਾਈਡ ਦੇ ਵਿੱਚ, ਇਨਕਲੂਡਿੰਗ ਪੇਡ ਪ੍ਰਮੋਸ਼ਨ। ਇਹਦੇ ਵਿੱਚ ਹੀ ਆਪਣਾ ਪੇਡ ਪ੍ਰਮੋਸ਼ਨ ਦੇ ਲਈ ਹੀ ਮੈਂ ਇਹ ਵੀਡੀਓਜ਼ ਬਣਾ ਰਹੀ ਹਾਂ, ਸੋ ਦੈਟ ਤੁਹਾਨੂੰ ਪਤਾ ਚੱਲ ਸਕੇ ਕਿ ਔਨਲਾਈਨ ਕਲਾਸਿਸ ਕਿੱਦਾਂ ਕਰਾਈਆਂ ਜਾਂਦੀਆਂ ਨੇ। ਔਨਲਾਈਨ ਕਲਾਸ ਜਿਹੜੀ ਮੈਂ ਟੀਚ ਕਰਦੀ ਹਾਂ ਇੰਗਲਿਸ਼ ਗ੍ਰਾਮਰ ਦੀ, ਉਹਦੇ ਵਿੱਚ ਕਿੱਦਾਂ ਪੜ੍ਹਾਇਆ ਜਾਂਦਾ ਉਸ ਚੀਜ਼ ਨੂੰ ਇੱਕ ਰਿਵੀਲ ਕਰਨ ਦੇ ਲਈ ਤੁਹਾਡੇ ਲਈ ਇੱਕ ਡੈਮੋ ਲੈਕਚਰ ਤੁਸੀਂ ਮੰਨ ਸਕਦੇ ਹੋ, ਮੈਂ YouTube 'ਤੇ ਪਾਉਣ ਦਾ ਸੋਚਿਆ। ਐਂਡ ਮੇਕ ਸ਼ੋਰ ਕਿ ਵੀਡੀਓ ਨੂੰ ਲਾਸਟ ਤੱਕ ਦੇਖਿਓ ਜ਼ਰੂਰ। ਜਿਨ੍ਹਾਂ ਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰ ਲਓ ਜੀ। ਚੈਨਲ ਦੀ ਪਲੇਲਿਸਟ ਵਿਜ਼ਿਟ ਕਰ ਲਿਓ, ਕਾਫੀ ਕੁਝ ਤੁਹਾਨੂੰ ਇੱਥੇ ਕੰਟੈਂਟ ਮਿਲ ਜੂਗਾ। ਸਟੈਟਿਕ ਜੀਕੇ ਦੀ ਸੀਰੀਜ਼ ਹੈ, ਇੰਗਲਿਸ਼ ਵੋਕੈਬ ਦੀ, ਈਡੀਅਮ ਫਰੇਜ਼ਸ ਦੀ, ਵਨ ਵਰਡ ਸਬਸਟੀਟਿਊਸ਼ਨ ਦੀ ਤੇ ਰੀਜ਼ਨਿੰਗ ਦੀ। ਤਾਂ ਉਹ ਸਾਰਾ ਕੁਝ ਤੁਸੀਂ ਵਿਜ਼ਿਟ ਕਰ ਲੈਣਾ ਪਲੇਲਿਸਟ ਦੇ ਉੱਤੇ ਜਾ ਕੇ। ਅਦਰਵਾਈਜ਼ ਜਿਹੜਾ ਲਿੰਕ ਹੈ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਗਿਵਨ ਹੈ। ਟੈਲੀਗ੍ਰਾਮ ਗਰੁੱਪ ਤੁਸੀਂ ਜੁਆਇਨ ਕਰ ਸਕਦੇ ਹੋ ਫॉर ਲੇਟੈਸਟ ਅਪਡੇਟਸ ਦੇ ਲਈ। ਠੀਕ ਹੈ ਜੀ, ਵਿਦਆਊਟ ਐਨੀ ਫਰਦਰ ਡਿਲੇ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ। ਧਿਆਨ ਨਾਲ, ਆਰਾਮ ਨਾਲ ਨਾ, ਮਤਲਬ ਵੀ ਪੇਸ਼ੈਂਸ ਨਾਲ ਦੇਖਿਓ, ਬਹੁਤ ਵਧੀਆ ਤਰੀਕੇ ਨਾਲ ਸਮਝਾਉਂਗੀ। ਸਭ ਤੋਂ ਪਹਿਲਾਂ ਨਾ ਆਰਟੀਕਲ ਸ਼ੁਰੂ ਕਰਾਉਣ ਤੋਂ ਪਹਿਲਾਂ, ਹੁਣ ਤੁਸੀਂ ਕਹੋਗੇ ਕਿ ਸਲਾਈਡ ਤਾਂ ਬਿਲਕੁਲ ਐਮਪਟੀ ਹੈ ਨਾ, ਕੋਈ ਗੱਲ ਨਹੀਂ, ਜਦੋਂ ਮੈਂ ਕਰਵਾਉਂਗੀ ਉਦੋਂ ਭਰ ਜੂਗੀ। ਤਾਂ ਸਭ ਤੋਂ ਪਹਿਲਾਂ ਤੁਹਾਨੂੰ ਆਰਟੀਕਲਸ ਦਾ ਓਵਰਵਿਊ ਦਿੰਦੀ ਹਾਂ ਮੈਂ ਕਿ ਆਰਟੀਕਲਸ ਦੇ ਵਿੱਚ ਆਪਾਂ ਪੜਾਂਗੇ ਕੀ। ਆਰਟੀਕਲ ਦੋ ਟਾਈਪ ਦੇ ਹੁੰਦੇ ਨੇ। ਇੱਕ ਤਾਂ ਹੁੰਦਾ ਜੀ ਡੈਫੀਨਾਈਟ ਆਰਟੀਕਲ। ਡੈਫੀਨਾਈਟ ਮਤਲਬ ਹੁੰਦਾ ਜਿਹੜਾ ਨਿਸ਼ਚਿਤ ਹੁੰਦਾ ਹੈ ਨਾ, ਨਿਸ਼ਚਿਤ ਆਰਟੀਕਲ। ਤੇ ਇੱਕ ਹੁੰਦਾ ਇਨਡੈਫੀਨਾਈਟ ਆਰਟੀਕਲ। ਇਨਡੈਫੀਨਾਈਟ ਆਰਟੀਕਲ ਦਾ ਮਤਲਬ ਹੁੰਦਾ ਅਨਿਸ਼ਚਿਤ ਆਰਟੀਕਲ। ਠੀਕ ਹੈ, ਅਨਿਸ਼ਚਿਤ ਆਰਟੀਕਲ। ਹੁਣ ਨਿਸ਼ਚਿਤ ਉਹ ਹੁੰਦਾ ਕਿ ਜਿਹੜਾ ਮਤਲਬ ਕੋਈ ਸਪੈਸ਼ਲ ਹੈ ਜਾਂ ਡੈਫੀਨਾਈਟ ਹੈ, ਤੇ ਇਨਡੈਫੀਨਾਈਟ ਹੁੰਦਾ ਜਿਹੜਾ ਅਨਿਸ਼ਚਿਤ ਹੁੰਦਾ। ਇਹਦੇ ਵਿੱਚ ਕਵਰ ਕੀ ਚੀਜ਼ਾਂ ਹੁੰਦੀਆਂ ਨੇ ਮੈਂ ਤੁਹਾਨੂੰ ਇਹ ਦੱਸ ਰਹੀ ਹਾਂ। ਜਿਹੜਾ ਡੈਫੀਨਾਈਟ ਆਰਟੀਕਲ ਹੁੰਦਾ ਹੈ ਇਹਦੇ ਵਿੱਚ ਕਵਰ ਹੁੰਦਾ ਜੀ ਦਾ। ਠੀਕ ਹੈ, ਦਾ ਇਹਦੇ ਵਿੱਚ ਕਵਰ ਹੁੰਦਾ। ਹੁਣ ਆਪਾਂ ਅੱਜ ਤੱਕ ਕੀ ਪੜ੍ਹਿਆ ਆਰਟੀਕਲਸ ਦੇ ਵਿੱਚ? ਆਪਾਂ ਪੜ੍ਹਿਆ ਏ ਬਾਰੇ, ਐਨ ਬਾਰੇ, ਦਾ ਬਾਰੇ, ਬਟ ਇੱਕ ਫੋਰਥ ਚੀਜ਼ ਵੀ ਹੁੰਦੀ ਹੈ ਆਪਾਂ ਨੂੰ, ਓਮਿਸ਼ਨ ਆਫ ਆਰਟੀਕਲ। ਜਿੱਥੇ ਆਰਟੀਕਲ ਨਹੀਂ ਲਗਾਉਣਾ ਆਪਾਂ ਨੂੰ ਉਹ ਚੀਜ਼ ਦਾ ਵੀ ਪਤਾ ਹੋਣਾ ਚਾਹੀਦਾ। ਠੀਕ ਹੈ, ਤੇ ਕੋਸ਼ਿਸ਼ ਕਰੂੰਗੀ ਮੈਂ ਕਿ ਆਰਟੀਕਲਸ ਚੈਪਟਰ ਦੇ ਵਿੱਚ ਤੁਹਾਨੂੰ ਉਹ ਵੀ ਚੀਜ਼ ਕਰਵਾ ਸਕਾਂ, ਬਟ ਵੀਡੀਓਜ਼ ਲੰਬੀਆਂ ਹੋ ਜਾਣਗੀਆਂ, ਪਰ ਮੈਂ ਪਾਰਟਸ ਦੇ ਵਿੱਚ ਇਹਨੂੰ ਲੈ ਕੇ ਆਉਂਗੀ। ਆਰਟੀਕਲ ਜ਼ਰੂਰ ਕੰਪਲੀਟ ਕਰਵਾ ਦੂੰਗੀ YouTube ਦੇ ਉੱਤੇ। ਓਕੇ, ਮੈਂ ਗੱਲ ਕਰ ਰਹੀ ਸੀ ਦਾ ਦੀ। ਹੁਣ ਦਾ ਨਾ, ਇਹਦੇ ਵਿੱਚ ਨਾ ਇੱਕ ਚੀਜ਼ ਤੁਸੀਂ ਧਿਆਨ 'ਚ ਰੱਖਿਓ। ਦਾ ਨੂੰ ਐਕਸਪਲੇਨ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਥੋੜ੍ਹਾ ਜਿਹਾ ਓਵਰਵਿਊ ਏ ਤੇ ਐਨ ਦਾ ਦੇ ਦੇਵਾਂ। ਏ ਤੇ ਐਨ ਆ ਜਾਂਦੇ ਨੇ ਇਨਡੈਫੀਨਿਟ ਆਰਟੀਕਲ ਦੇ ਵਿੱਚ। ਅਲਫਾਬੈਟ ਨਾ, ਅਲਫਾਬੈਟ ਹੁੰਦਾ ਜਿਹੜਾ, ਅਲਫਾਬੈਟ ਲਾਈਕ ਏ ਤੋਂ ਲੈ ਕੇ ਜ਼ੈਡ ਤੱਕ, ਇਹਨੂੰ ਦੋ ਤਰੀਕੇ ਨਾਲ ਆਪਾਂ ਵੰਡਦੇ ਹੁੰਦੇ ਹਾਂ, ਵੋਵਲ ਦੇ ਵਿੱਚ ਤੇ ਕੌਨਸੋਨੈਂਟ ਦੇ ਵਿੱਚ। ਕੌਨਸੋਨੈਂਟ ਦੇ ਵਿੱਚ, ਅੱਛਾ, ਵੋਵਲ ਕਿਹੜੇ ਹੁੰਦੇ ਆ? ਜਿਹੜੇ ਆਪਾਂ ਹੁਣ ਤੱਕ ਪੜ੍ਹੇ ਆ, ਏ, ਈ, ਆਈ, ਓ ਤੇ ਯੂ, ਇਹ ਵੋਵਲ ਹੈ। ਇਸ ਤੋਂ ਇਲਾਵਾ ਜਿੰਨੇ ਵੀ ਅਲਫਾਬੈਟ ਬਚ ਗਏ ਨਾ, ਲਾਈਕ ਬੀ, ਸੀ, ਡੀ, ਐਫ, ਜੀ, ਉਹ ਸਾਰੇ ਹੈਗੇ ਨੇ ਕੌਨਸੋਨੈਂਟ। ਠੀਕ ਹੈ, ਹੁਣ ਤੱਕ ਆਪਾਂ ਇਹ ਚੀਜ਼ ਪੜ੍ਹੀ ਹੈ ਕਿ ਵੋਵਲ ਦੇ ਅੱਗੇ ਆਪਾਂ ਜਦੋਂ ਵੀ ਕਿਸੇ ਦੇ ਅੱਗੇ ਵੋਵਲ ਆ ਲੱਗਿਆ ਮਿਲ ਜੇ ਆਪਾਂ ਨੂੰ, ਉਹਦੇ ਅੱਗੇ ਆਪਾਂ ਐਨ ਲਗਾਉਣਾ ਹੈ ਨਾ, ਤੇ ਕੌਨਸੋਨੈਂਟ ਦੇ ਅੱਗੇ ਆਪਾਂ ਹਮੇਸ਼ਾ ਏ ਲਗਾਉਣਾ। ਠੀਕ ਹੈ, ਇੱਥੇ ਬਰੀਫਲੀ ਇੰਨਾ ਹੀ ਸਮਝੋ, ਜਦੋਂ ਮੈਂ ਡੈਪਥ 'ਚ ਕਰਾਉਂਗੀ ਫਿਰ ਦੱਸੂਗੀ ਕਿ ਕਿਵੇਂ ਚੀਜ਼ਾਂ ਕੰਮ ਕਰਦੀਆਂ ਨੇ। ਤੇ ਇਹ ਤਾਂ ਆਪਾਂ ਨੂੰ ਪਤਾ ਚੱਲ ਗਿਆ ਕਿ ਜਿਹੜਾ ਏ ਹੈ ਤੇ ਜਿਹੜਾ ਐਨ ਹੈ, ਇਹ ਦੋਨੇ ਹੀ ਸਿੰਗੂਲਰ ਨਾਲ ਲੱਗਦੇ ਆ। ਸਿੰਗੂਲਰ ਹੁੰਦਾ ਇੱਕ ਵਚਨ, ਪਲੂਰਲ ਹੁੰਦਾ ਬਹੁਵਚਨ। ਸਿੰਗੂਲਰ ਨਾਲ ਲੱਗਦੇ ਨੇ ਦੋਨੋਂ ਹੀ, ਬਟ ਇੰਨਾ ਧਿਆਨ ਰੱਖਣਾ ਕਿ ਏ ਲੱਗੂਗਾ ਕੌਨਸੋਨੈਂਟ ਨਾਲ ਤੇ ਜਿਹੜਾ ਐਨ ਹੈ ਇਹ ਲੱਗੂਗਾ ਵੋਵਲ ਨਾਲ। ਠੀਕ ਹੈ, ਹੋ ਗਿਆ ਕਲੀਅਰ। ਹੁਣ ਮੈਂ ਜੇ ਵਾਪਸ ਦਾ ਤੇ ਆਵਾਂ ਨਾ, ਤਾਂ ਦਾ ਦੇ ਲਈ ਤੁਸੀਂ ਇੱਕ ਸਪੈਸ਼ਲ ਚੀਜ਼ ਯਾਦ ਰੱਖਣੀ ਹੈ ਕਿ ਦਾ ਹਮੇਸ਼ਾ ਨਾ ਵਿਸ਼ੇਸ਼ ਚੀਜ਼ਾਂ ਨਾਲ ਲੱਗਦਾ। ਹੁਣ ਮੈਂ ਵਿਸ਼ੇਸ਼ ਕਹਾਂ ਚਾਹੇ ਨਿਸ਼ਚਿਤ ਕਹਾਂ, ਚਾਹੇ ਕਹਾਂ ਪਰਟੀਕੂਲਰ ਵੀ ਵਿਸ਼ੇਸ਼ ਹੀ ਹੁੰਦਾ ਹੈ, ਤੇ ਚਾਹੇ ਮੈਂ ਕਹਾਂ ਸਪੈਸੀਫਿਕ, ਉਹਨਾਂ ਸਭ ਨਾਲ ਕੀ ਲੱਗਦਾ? ਦਾ ਲੱਗਦਾ। ਓਕੇ ਹੈ ਜੀ, ਸਮਝ ਆ ਗਿਆ ਹੈ ਨਾ ਉਦੋਂ ਤੱਕ। ਤੇ ਇੱਕ ਚੀਜ਼ ਹੋਰ ਧਿਆਨ 'ਚ ਰੱਖਣੀ ਹੈ, ਦਾ ਨੂੰ ਇਸ ਚੀਜ਼ ਨਾਲ ਫਰਕ ਨਹੀਂ ਪੈਂਦਾ ਕਿ ਜਿਹਦੇ ਨਾਲ ਲਗਾਉਣਾ ਉਹ ਵਰਡ ਸਿੰਗੂਲਰ ਹੈ ਕਿ ਪਲੂਰਲ ਹੈ, ਮਤਲਬ ਇੱਕ ਵਚਨ ਨਾਲ ਲੱਗਣਾ ਹੈ ਕਿ ਬਹੁਵਚਨ ਨਾਲ ਲੱਗਣਾ, ਦੋਨੋਂ ਨਾਲ ਲੱਗ ਸਕਦਾ। ਵੋਵਲ ਨਾਲ ਵੀ ਲੱਗ ਸਕਦਾ ਦਾ, ਤੇ ਕੌਨਸੋਨੈਂਟ ਨਾਲ ਵੀ ਲੱਗ ਸਕਦਾ। ਬਟ ਚਾਰਾਂ ਦੇ ਵਿੱਚ ਇੱਕੋ ਹੀ ਸ਼ਰਤ ਧਿਆਨ 'ਚ ਰੱਖਣੀ ਹੈ ਕਿ ਜਿਹੜੀ ਗੱਲ ਹੈ ਨਾ ਉਹ ਕਿਸੇ ਨਿਸ਼ਚਿਤ ਚੀਜ਼ ਦੀ ਹੋਵੇ, ਕਿਸੇ ਵਿਸ਼ੇਸ਼ ਦੀ ਹੋਵੇ। ਠੀਕ ਹੈ, ਦਾ ਲੱਗ ਜੂਗਾ ਸਿੰਗੂਲਰ ਨਾਲ ਵੀ, ਪਲੂਰਲ ਨਾਲ ਵੀ, ਵੋਵਲ ਨਾਲ ਵੀ ਤੇ ਕੌਨਸੋਨੈਂਟ ਨਾਲ ਵੀ।
ਹੋਪ ਸੋ ਉਰੋਂ ਤੱਕ ਜਿਹੜੀਆਂ ਚੀਜ਼ਾਂ ਨੇ ਓਵਰਵਿਊ ਤੁਹਾਨੂੰ ਕਲੀਅਰਲੀ ਸਮਝ ਆ ਗਿਆ ਹੋਊਗਾ, ਹੈ ਨਾ। ਤਾਂ ਆਪਾਂ ਸ਼ੁਰੂ ਕਰਦੇ ਹਾਂ ਜੀ ਕਰਨਾ ਆਪਣੇ ਦਾ ਦੇ ਰੂਲਸ। ਓਕੇ, ਜੇ ਪਹਿਲੇ ਰੂਲ ਦੀ ਮੈਂ ਗੱਲ ਕਰਾਂ, ਸੁਪਰਲੇਟਿਵ ਡਿਗਰੀ ਦਾ ਹੀ ਰੂਲ ਹੈਗਾ ਜਿਹੜਾ ਕਿ ਡੈਫੀਨੇਟ ਆਰਟੀਕਲ ਦਾ ਦੇ ਨਾਲ ਲੱਗਦਾ ਹੈ। ਇਹਨੂੰ ਪੜ੍ਹਨ ਤੋਂ ਪਹਿਲਾਂ ਨਾ ਇੱਕ ਚੀਜ਼ ਹਮੇਸ਼ਾ ਧਿਆਨ 'ਚ ਰੱਖਿਓ ਕਿ ਜਿਹੜਾ ਨਾਊਨ ਹੁੰਦਾ ਨਾ, ਨਾਊਨ ਤੋਂ ਅੱਗੇ ਆਰਟੀਕਲ ਲੱਗ ਜਾਂਦਾ ਹੈ। ਨਾਊਨ ਤੋਂ ਅੱਗੇ ਆਰਟੀਕਲ ਲੱਗ ਜਾਂਦਾ ਹੈ। ਕਿਵੇਂ? ਜਿਵੇਂ ਮੈਂ ਕਹਿੰਦਾ ਬॉय ਇੱਕ ਨਾਊਨ ਹੈ ਅਤੇ ਆਰਟੀਕਲ ਇਹਦੇ ਮੂਹਰੇ ਏ ਬॉय ਮੈਂ ਲਿਖ ਸਕਦੀ ਹਾਂ, ਸਹੀ ਹੈ। ਤਾਂ ਹੁਣ ਮੈਨੂੰ ਇੱਥੋਂ ਕੀ ਸਮਝ ਆਇਆ ਕਿ ਆਰਟੀਕਲ ਲੱਗਣ ਦੇ ਲਈ ਨਾ ਪਿੱਛੇ ਮੈਨੂੰ ਕੋਈ ਨਾਊਨ ਹੋਣਾ ਜ਼ਰੂਰੀ ਹੈ। ਠੀਕ ਹੈ, ਹੁਣ ਇੱਥੋਂ ਕੁਐਸਚਨ ਇਹ ਅਰਾਈਜ਼ ਹੁੰਦਾ ਹੈ ਕਿ ਜਿਹੜਾ ਆਰਟੀਕਲ ਹੈਗਾ ਇਹ ਸਿਰਫ ਨਾਊਨ ਦੇ ਅੱਗੇ ਹੀ ਲੱਗਦਾ, ਐਡਜੈਕਟਿਵ ਅਤੇ ਐਡਵਰਬ ਦੇ ਅੱਗੇ ਨਹੀਂ ਲੱਗਦਾ। ਤਾਂ ਮੈਂ ਤੈਨੂੰ ਪਹਿਲਾਂ ਐਡਜੈਕਟਿਵ ਅਤੇ ਐਡਵਰਬ ਬਾਰੇ ਦੱਸ ਦਿੰਦੀ ਹਾਂ। ਕਈਆਂ ਨੂੰ ਇਹ ਵੀ ਨਹੀਂ ਪਤਾ ਹੋਣਾ ਕਿ ਐਡਜੈਕਟਿਵ ਅਤੇ ਐਡਵਰਬ ਕੀ ਹੁੰਦੇ ਆ। ਜਿਹੜਾ ਤਾਂ ਨਾਮ ਦੀ ਵਿਸ਼ੇਸ਼ਤਾ ਦੱਸੇ ਉਹ ਤਾਂ ਹੁੰਦਾ ਐਡਜੈਕਟਿਵ, ਅਤੇ ਜਿਹੜਾ ਐਡਜੈਕਟਿਵ ਦੀ ਅੱਗੋਂ ਵਿਸ਼ੇਸ਼ਤਾ ਦੱਸੇ ਉਹ ਹੁੰਦਾ ਐਡਵਰਬ। ਕਿਵੇਂ? ਜਿਵੇਂ ਮੈਂ ਕਹਿਦਾ, ਇੱਕ ਮੰਨ ਲਓ ਮੈਂ ਲਿਖਿਆ ਏ ਟੌਲ ਬॉय, ਚਲੋ ਮੈਂ ਇੱਕ ਮਿੰਟ, ਮੈਂ ਲਿਖਿਆ ਏ ਵੈਰੀ ਟੌਲ ਬॉय। ਹੁਣ ਬॉय ਕੀ ਹੈ? ਇੱਕ ਨਾਊਨ ਹੈ। ਟੌਲ ਹੋਣਾ, ਲੰਮਾ ਹੋਣਾ, ਉਹਦੀ ਕੀ ਹੈ? ਵਿਸ਼ੇਸ਼ਤਾ, ਮਤਲਬ ਐਡਜੈਕਟਿਵ ਹੈ ਅਤੇ ਬਹੁਤ ਜ਼ਿਆਦਾ ਹੀ ਲੰਬਾ ਹੈ। ਵੈਰੀ ਟੌਲ ਬॉय ਬਹੁਤ ਜ਼ਿਆਦਾ ਹੀ ਲੰਬਾ ਹੈ, ਤਾਂ ਇਹ ਵਿਸ਼ੇਸ਼ਤਾ ਨਾ ਟੌਲ ਦੀ ਹੈ, ਤਾਂ ਇਟ ਮੀਨਸ ਇਹ ਐਡਵਰਬ ਹੈ। ਅਤੇ ਇਹ ਕੀ ਹੈ? ਇੱਕ ਆਰਟੀਕਲ ਹੈ। ਅਤੇ ਹੁਣ ਮੇਰੀ ਗੱਲ ਧਿਆਨ 'ਚ ਰੱਖਿਓ, ਜਿਹੜਾ ਆਰਟੀਕਲ ਹੈ ਨਾ ਐਡਜੈਕਟਿਵ ਦੇ ਅੱਗੇ ਵੀ ਲੱਗ ਸਕਦਾ ਅਤੇ ਐਡਵਰਬ ਦੇ ਅੱਗੇ ਵੀ ਲੱਗ ਸਕਦਾ। ਬਸ ਸ਼ਰਤ ਇਹ ਹੈ ਕਿ ਪਿੱਛੇ ਨਾਊਨ ਹੋਣਾ ਜ਼ਰੂਰੀ ਹੈ। ਜੇ ਮੈਂ ਇਕੱਲਾ ਇੰਨਾ ਲਿਖਦਾ ਨਾ ਏ ਵੈਰੀ ਟੌਲ, ਤਾਂ ਇਹ ਆਪਣੇ ਆਪ ਦੇ ਵਿੱਚ ਗਲਤ ਹੈ ਕਿਉਂਕਿ ਪਿੱਛੇ ਨਾਊਨ ਹੋਣਾ ਜ਼ਰੂਰੀ ਹੈ ਇਹ ਲੱਗਣ ਦੇ ਲਈ। ਕਲੀਅਰ ਹੈ? ਇੰਨਾ ਕੁ ਧਿਆਨ 'ਚ ਰੱਖ ਲਿਓ, ਓਵਰਵਿਊ ਚੈਪਟਰ ਸਮਝ ਆ ਜਾਊਗਾ ਬਹੁਤ ਵਧੀਆ ਤਰੀਕੇ ਨਾਲ। ਜਿਨ੍ਹਾਂ ਨੂੰ ਉਰੋਂ ਤੱਕ ਹਜੇ ਕੁਛ ਵੀ ਡਾਊਟ ਜਾਂ ਪ੍ਰੋਬਲਮ ਹੈਗੀ ਹੈ, ਇੱਕ ਵਾਰੀ ਇੱਥੇ ਹੀ ਪੌਜ਼ ਕਰਕੇ ਨਾ ਵੀਡੀਓ ਨੂੰ ਰਿਵਾਈਂਡ ਕਰਕੇ ਦੇਖ ਲਓ ਤੁਸੀਂ। ਪਹਿਲਾ ਰੂਲ ਹੈ ਨਾ ਜਿਹੜਾ, ਇਹਦੇ ਵਿੱਚ ਆਪਾਂ ਹੁਣ ਸਟਾਰਟ ਕਰਾਂਗੇ ਜਿਹੜੇ ਰੂਲ ਨੇ ਦਾ ਦੇ। ਠੀਕ ਹੈ ਜੀ, ਡੈਫੀਨੇਟ ਆਰਟੀਕਲ ਆਪਾਂ ਕੀਤਾ ਨਾ ਕਿ ਦ ਹੁੰਦਾ, ਦ ਦੇ ਰੂਲਸ ਆਪਾਂ ਸ਼ੁਰੂ ਕਰਾਂਗੇ। ਅਤੇ ਜਿਹੜਾ ਫਸਟ ਵਾਲਾ ਰੂਲ ਹੈ ਨਾ ਇਹ ਹੈਗਾ ਸੁਪਰਲੇਟਿਵ ਡਿਗਰੀ ਦਾ ਰੂਲ। ਹੁਣ ਸੁਪਰਲੇਟਿਵ ਡਿਗਰੀ ਕੀ ਹੁੰਦੀ ਹੈ? ਕੁਐਸਚਨ ਇਹ ਅਰਾਈਜ਼ ਹੁੰਦਾ। ਐਡਜੈਕਟਿਵ ਦੀ ਜੇ ਮੈਂ ਗੱਲ ਕਰਾਂ, ਐਡਜੈਕਟਿਵ ਦੀਆਂ ਨਾ 3 ਡਿਗਰੀਜ਼ ਹੁੰਦੀਆਂ ਨੇ। ਇੱਕ ਤਾਂ ਹੁੰਦੀ ਹੈ ਪੋਜ਼ੀਟਿਵ ਡਿਗਰੀ, ਇੱਕ ਹੁੰਦੀ ਹੈ ਕੰਪੈਰੇਟਿਵ ਡਿਗਰੀ, ਅਤੇ ਇੱਕ ਹੁੰਦੀ ਹੈ ਸੁਪਰਲੇਟਿਵ ਡਿਗਰੀ। ਤਿੰਨਾਂ ਦਾ ਹੁਣ ਮਤਲਬ ਕੀ ਹੈ? ਦੇਖੋ, ਜੇ ਤਾਂ ਮੈਂ ਗੱਲ ਸਿੰਪਲੀ ਕਰਨੀ ਹੋਵੇ, ਕਿਸੇ ਦੀ ਨੋਰਮਲ ਗੱਲ ਕਰਨੀ ਆ, ਮੰਨ ਲਓ ਮੈਂ ਕਹਿਣਾ ਕਿ ਇਹ ਜਿਹੜਾ ਟੇਬਲ ਹੈ ਇਹ ਬਹੁਤ ਹਾਰਡ ਹੈ। ਸਿੰਪਲ ਮੈਂ ਕਹਿਣਾ ਹੈ ਨਾ ਕਿ ਜਿਹੜਾ ਇਹ ਟੇਬਲ ਹੈ ਬਹੁਤ ਹਾਰਡ ਹੈ। ਮੰਨ ਲਓ ਮੈਂ ਇੱਥੇ ਟੇਬਲ ਬਣਾਤਾ, ਇਹ ਮੈਂ ਕਹਤਾ ਵੀ ਟੇਬਲ ਬਹੁਤ ਹਾਰਡ ਹੈ, ਤਾਂ ਉਹ ਪੋਜ਼ੀਟਿਵ ਹੈ, ਸਿੰਪਲੀ ਕਹਿ ਰਹੀ ਹਾਂ ਮੈਂ। ਹੁਣ ਮੰਨ ਲਓ ਕੰਪੈਰੇਟਿਵ ਜਿਹੜਾ ਵਰਡ ਬਣਿਆ ਨਾ, ਕੰਪੈਰੀਜ਼ਨ ਤੋਂ ਬਣਿਆ, ਅਤੇ ਕੰਪੇਅਰ ਹੁੰਦਾ ਹਮੇਸ਼ਾ ਦੋ ਚੀਜ਼ਾਂ ਦੇ ਵਿਚਾਲੇ ਹੀ ਹੁੰਦਾ ਜਿਹੜਾ ਕੰਪੇਅਰ ਹੁੰਦਾ। ਹੁਣ ਮੇਰੇ ਕੋਲ ਇੱਥੇ 2 ਟੇਬਲ ਪਏ ਨੇਗੇ, ਮੰਨ ਲਓ ਆ ਵੀ ਇੱਕ ਟੇਬਲ ਹੈ, ਟੇਬਲ ਦਾ ਕੁਛ ਹੋਰ ਹੀ ਬਣ ਗਿਆ ਮੇਰੇ ਤੋਂ, ਚਲੋ ਕੋਈ ਗੱਲ ਨਹੀਂ, ਆ ਵੀ ਇੱਕ ਟੇਬਲ ਹੈ। ਹੁਣ ਮੈਂ ਇੱਥੇ ਕਹਿ ਰਹੀ ਹਾਂ ਵੀ ਜਿਹੜਾ ਆਹ ਵਾਲਾ ਟੇਬਲ ਹੈ ਨਾ, ਆਹ ਵਾਲਾ ਫਸਟ ਵਾਲਾ, ਇਹ ਇਹਦੇ ਨਾਲੋਂ ਹਾਰਡਰ ਹੈ, ਅਤੇ ਮੈਂ ਇਹਦੀ ਸੈਕਿੰਡ ਡਿਗਰੀ ਯੂਜ਼ ਕਰੂੰਗੀ। ਮੈਂ ਕਹੂੰਗੀ ਦਿਸ ਰੈੱਡ ਟੇਬਲ ਇਜ਼ ਹਾਰਡਰ ਦੈਨ ਦੀ ਯੈਲੋ ਵਨ। ਠੀਕ ਹੈ, ਕਿ ਉਹਦੇ ਨਾਲੋਂ ਹਾਰਡਰ ਹੈ ਇਹ। ਸੁਪਰਲੇਟਿਵ ਡਿਗਰੀ ਦਾ ਕੀ ਮਤਲਬ ਹੈ? ਮੰਨ ਲਓ ਮੇਰੇ ਕੋਲ ਬਹੁਤ ਸਾਰੇ ਟੇਬਲਸ ਪਏ ਨੇ, 2 ਤੋਂ ਜ਼ਿਆਦਾ ਹੋਣੇ ਚਾਹੀਦੇ, ਬਸ ਸ਼ਰਤ ਇਹ ਹੈ। ਬਹੁਤ ਸਾਰੇ ਟੇਬਲ ਪਏ ਆ, ਉਹਨਾਂ 'ਚੋਂ ਮੈਂ ਇੱਕ ਨੂੰ ਕਹਾਂ ਕਿ ਇਹ ਤਾਂ ਬਹੁਤ ਹੀ ਜ਼ਿਆਦਾ ਹਾਰਡੈਸਟ ਹੈ, ਉੱਥੇ ਫਿਰ ਮੈਂ ਤੀਜੀ ਡਿਗਰੀ ਦਾ ਯੂਜ਼ ਕਰੂੰਗੀ। ਮੈਂ ਕਹੂੰਗੀ ਦਿਸ ਟੇਬਲ ਇਜ਼ ਦੀ ਹਾਰਡੈਸਟ ਅਮੰਗ ਦੀ ਆਲ। ਹੋਪ ਸੋ ਤੁਹਾਨੂੰ ਸਮਝ ਆ ਗਿਆ ਹੋਊਗਾ। ਜਦੋਂ ਆਪਾਂ ਕਿਸੇ ਦੀ ਨੋਰਮਲੀ ਗੱਲ ਕਰਦੇ ਹਾਂ ਉਦੋਂ ਆਪਾਂ ਪੋਜ਼ੀਟਿਵ ਡਿਗਰੀ ਲਾਉਂਦੇ ਹਾਂ, ਦੋ ਚੀਜ਼ਾਂ ਦਾ ਕੰਪੈਰੀਜ਼ਨ ਕਰਦੇ ਹਾਂ ਉਦੋਂ ਆਪਾਂ, ਜਿਵੇਂ ਮੈਂ ਇੱਥੇ ਯੂਜ਼ ਕੀਤਾ ਸੀ ਹਾਰਡ, ਦੂਜੀ 'ਚ ਯੂਜ਼ ਕੀਤਾ ਸੀ ਮੈਂ ਹਾਰਡਰ, ਕਿਉਂਕਿ ਦੋ ਦਾ ਕੰਪੈਰੀਜ਼ਨ ਕਰ ਰਹੇ ਹਾਂ। ਤੀਜੀ ਯੂਜ਼ ਕੀਤੀ ਮੈਂ ਸੁਪਰਲੇਟਿਵ ਹਾਰਡੈਸਟ, ਮਤਲਬ ਤੀਜੀ ਯੂਜ਼ ਹੋਊਗੀ ਜਦੋਂ ਆਪਾਂ ਸੁਪਰਲੇਟਿਵ ਡਿਗਰੀ ਦਾ ਉਦੋਂ ਯੂਜ਼ ਹੋਊਗਾ ਜਦੋਂ ਆਪਾਂ ਸਾਰਿਆਂ 'ਚੋਂ ਕਿਸੇ ਇੱਕ ਨੂੰ ਜ਼ਿਆਦਾ ਦੱਸ ਰਹੇ ਹਾਂ। ਠੀਕ ਹੈ, ਤਾਂ ਇਹ ਕਲੀਅਰ ਹੋਊਗਾ। ਤਾਂ ਹੁਣ ਤੁਹਾਨੂੰ ਸੁਪਰਲੇਟਿਵ ਡਿਗਰੀ ਪਤਾ ਚੱਲ ਗਈ ਕਿ ਕੀ ਹੁੰਦੀ ਹੈ ਨਾ। ਤਾਂ ਇਹਦਾ ਦ ਆਰਟੀਕਲ ਦੇ ਵਿੱਚ ਕੀ ਯੂਜ਼ ਹੈ ਸੁਪਰਲੇਟਿਵ ਡਿਗਰੀ ਦਾ? ਹਮੇਸ਼ਾ ਨਾ ਨਾਊਨ, ਦੇਖੋ ਨਾਊਨ ਤੋਂ ਪਹਿਲਾਂ ਸੁਪਰਲੇਟਿਵ ਡਿਗਰੀ ਆਊਗੀ ਅਤੇ ਉਸ ਤੋਂ ਪਹਿਲਾਂ ਆਰਟੀਕਲ ਦਾ ਆਊਗਾ। ਇਹ ਸਟਰਕਚਰ ਯਾਦ ਰੱਖਣੀ ਹੈ, ਰੱਟਾ ਮਾਰਨ ਦੀ ਕੋਈ ਲੋੜ ਨਹੀਂ ਹੈ। ਮੈਂ ਤੁਹਾਨੂੰ ਐਗਜ਼ਾਮਪਲ ਦਿੰਦੀ ਹਾਂ, ਆਰਾਮ ਨਾਲ ਸਮਝ ਆ ਜਾਊਗਾ। ਜਿਵੇਂ ਮੈਂ ਕਹਾਂ ਸ਼ੀ ਇਜ਼ ਦ ਮੋਸਟ ਇੰਟੈਲੀਜੈਂਟ ਗਰਲ ਇਨ ਦਾ ਕਲਾਸ। ਮੈਂ ਕਿਹਾ ਇਹ ਮੋਸਟ ਇੰਟੈਲੀਜੈਂਟ ਗਰਲ ਹੈ ਕਲਾਸ ਦੇ ਵਿੱਚੋਂ। ਹੁਣ ਦੇਖੋ ਧਿਆਨ ਨਾਲ, ਜਿਹੜਾ ਇਹ ਗਰਲ ਹੈ ਇਹ ਨਾਊਨ ਹੈ ਨਾ, ਇੱਕ ਨਾਮ ਹੈ। ਹੁਣ ਮੈਂ ਤੁਹਾਨੂੰ ਕਿਉਂ ਕਿਹਾ ਵੀ ਇੱਥੇ ਨਾਮ ਜ਼ਰੂਰੀ ਹੈ ਹੋਣਾ, ਕਿਉਂਕਿ ਮੈਂ ਤੁਹਾਨੂੰ ਜਮਾਂ ਸਟਾਰਟਿੰਗ 'ਚ ਇਹ ਗੱਲ ਦੱਸੀ ਹੈ ਵੀ ਐਡਜੈਕਟਿਵ ਹੈ ਨਾ, ਇਹ ਐਡਜੈਕਟਿਵ ਦੀ ਹੀ ਡਿਗਰੀ ਹੈ ਨਾ, ਤੀਜੀ ਵਿਸ਼ੇਸ਼ਤਾ ਦੀ ਤੀਜੀ ਡਿਗਰੀ ਹੈ ਨਾ ਜਿਹੜੀ ਸੁਪਰਲੇਟਿਵ ਡਿਗਰੀ ਹੈ। ਅਤੇ ਮੈਂ ਤੁਹਾਨੂੰ ਜਦੋਂ ਮੈਂ ਇਹ ਟੌਲ ਬॉय ਕਰਾਇਆ, ਇਹ ਵੈਰੀ ਟੌਲ ਬॉय ਕਰਾਇਆ, ਉਦੋਂ ਮੈਂ ਤੁਹਾਨੂੰ ਦੱਸਿਆ ਸੀ ਨਾ
ਕਿ ਐਡਜੈਕਟਿਵ ਦੇ ਅੱਗੇ ਆਰਟੀਕਲ ਆ ਸਕਦਾ ਹੈ, ਪਰ ਅੱਗੇ ਸ਼ਰਤ ਇਹ ਜ਼ਰੂਰੀ ਹੈ ਕਿ ਪਿੱਛੇ ਨਾਊਨ ਲੱਗਿਆ ਹੋਣਾ ਚਾਹੀਦਾ ਹੈ। ਠੀਕ ਹੈ, ਹੁਣ ਇਹ ਗਰਲ ਮਿਲ ਗਿਆ ਆਪਾਂ ਨੂੰ ਨਾਊਨ, ਤੇ ਮੋਸਟ ਇੰਟੈਲੀਜੈਂਟ ਕੀ ਹੋ ਗਿਆ, ਉਹਦੀ ਵਿਸ਼ੇਸ਼ਤਾ ਹੋ ਗਈ, ਤੇ ਦਾ ਕੀ ਹੋ ਗਿਆ ਇੱਥੇ, ਆਰਟੀਕਲ ਹੋ ਗਿਆ। ਠੀਕ ਹੈ ਜੀ, ਦਾ ਆਰਟੀਕਲ ਹਮੇਸ਼ਾ ਹੀ ਸੁਪਰਲੇਟਿਵ ਡਿਗਰੀ ਤੋਂ ਪਹਿਲਾਂ ਲੱਗੂਗਾ ਹੀ ਲੱਗੂਗਾ, ਇਹ ਗੱਲ ਨੂੰ ਧਿਆਨ 'ਚ ਰੱਖ ਲਿਓ। ਓਕੇ, ਇੱਕ ਹੋਰ ਸੌਖਾ ਤਰੀਕਾ ਦੱਸ ਦਿੰਦੀ ਹਾਂ ਪਛਾਣ ਦਾ, ਕਿ ਸੁਪਰਲੇਟਿਵ ਡਿਗਰੀ ਦਾ ਪਛਾਣ ਕਿੱਥੋਂ ਹੁੰਦੀ ਹੈ। ਜਾਂ ਤਾਂ ਪਿੱਛੇ ਲੱਗਿਆ ਹੋਊਗਾ EST ਉਹਦੇ, ਜਿਵੇਂ ਮੈਂ ਕਿਹਾ ਸੀ ਹਾਰਡ, ਹਾਰਡਰ, ਹਾਰਡੈਸਟ, ਹੈ ਨਾ, EST ਲੱਗਿਆ ਹੋਊਗਾ। ਨਹੀਂ ਫਿਰ ਕੀ ਆ, ਉਹਦੇ ਅੱਗੇ ਮੋਸਟ ਲੱਗਿਆ ਹੋਊਗਾ। ਜਿਵੇਂ ਮੈਂ ਕਹਿੰਦਾ ਹੁਣ ਇੰਟੈਲੀਜੈਂਟ ਹੈ, ਇੰਟੈਲੀਜੈਂਟ ਦਾ ਆਏ ਨਹੀਂ ਬਣਦਾ ਹੁੰਦਾ ਕਿ ਇੰਟੈਲੀਜੈਂਟ, ਇੰਟੈਲੀਜੈਂਟਰ, ਇੰਟੈਲੀਜੈਂਸਟ, ਬਿਲਕੁਲ ਵੀ ਨਹੀਂ ਇੱਦਾਂ ਬਣਦਾ। ਇਹਦਾ ਆਪਾਂ ਬਣਾਉਂਦੇ ਹੁੰਦੇ ਹਾਂ ਇੰਟੈਲੀਜੈਂਟ, ਮੋਰ ਇੰਟੈਲੀਜੈਂਟ ਸੈਕਿੰਡ ਡਿਗਰੀ ਹੁੰਦੀ ਹੈ, ਅਤੇ ਥਰਡ ਹੁੰਦੀ ਹੈ ਮੋਸਟ ਇੰਟੈਲੀਜੈਂਟ। ਤਾਂ ਜਾਂ ਤਾਂ EST ਲੱਗਿਆ ਹੋਊਗਾ ਡਿਗਰੀ ਦੇ ਮਤਲਬ ਐਂਡ ਦੇ ਉੱਤੇ, ਜਾਂ ਫਿਰ ਉਹਦੇ ਅੱਗੇ ਲੱਗਿਆ ਹੋਊਗਾ ਮੋਸਟ। ਤੁਹਾਨੂੰ ਪਤਾ ਚੱਲ ਜਾਊਗਾ ਕਿ ਸੁਪਰਲੇਟਿਵ ਡਿਗਰੀ ਹੈ, ਅਤੇ ਸੁਪਰਲੇਟਿਵ ਡਿਗਰੀ ਦੇ ਅੱਗੇ ਹਮੇਸ਼ਾ ਦ ਆਊਗਾ ਹੀ ਆਊਗਾ। ਬਟ ਪਿੱਛੇ ਧਿਆਨ 'ਚ ਰੱਖਿਓ ਸੁਪਰਲੇਟਿਵ ਡਿਗਰੀ ਤੋਂ ਬਾਅਦ ਨਾਊਨ ਵੀ ਹੋਣਾ ਜ਼ਰੂਰੀ ਹੈ, ਕਿਉਂਕਿ ਨਾਊਨ ਦੀ ਅਸਲ 'ਚ ਆਪਾਂ ਵਿਸ਼ੇਸ਼ਤਾ ਦੱਸ ਰਹੇ ਹਾਂ ਨਾ। ਤਾਂ ਹੋਪਸ ਤੁਹਾਨੂੰ ਜਿਹੜਾ ਸੁਪਰਲੇਟਿਵ ਡਿਗਰੀ ਦਾ ਰੂਲ ਹੈ ਬਿਲਕੁਲ ਕਲੀਅਰ ਹੋਊਗਾ। ਇੱਕ ਐਗਜ਼ਾਮਪਲ ਇਹਦੀ ਹੋਰ ਦੇ ਦਿੰਦੀ ਹਾਂ, ਮੈਂ ਲਿਖਿਆ ਹੀ ਇਜ਼ ਦਾ ਟਾਲੈਸਟ ਬॉय, ਟਾਲੈਸਟ ਬॉय ਇਨ ਦਾ ਕਲਾਸ, ਇਨ ਦਾ ਕਲਾਸ, ਕਿ ਉਹ ਕਲਾਸ ਦੇ ਵਿੱਚੋਂ ਨਾ ਟਾਲੈਸਟ ਬॉय ਹੈ। ਟਾਲੈਸਟ ਹੋਣਾ ਉਹਦੀ ਵਿਸ਼ੇਸ਼ਤਾ ਹੈ, ਬॉय ਦੀ ਵਿਸ਼ੇਸ਼ਤਾ, ਤਾਂ ਕਰਕੇ ਨਾਊਨ ਹੈ, ਇਹ ਸੁਪਰਲੇਟਿਵ ਡਿਗਰੀ ਆ ਗਈ, ਮੂਹਰੇ ਆਰਟੀਕਲ ਦਾ ਆ ਗਿਆ। ਤਾਂ ਹੋਪਸੋ ਜੀ ਇਹ ਰੂਲ ਹੈ ਜਿਹੜਾ ਤੁਹਾਨੂੰ ਕਲੀਅਰ ਹੋਊਗਾ ਸੁਪਰਲੇਟਿਵ ਡਿਗਰੀ ਦਾ। ਤਾਂ ਸੈਕਿੰਡ ਰੂਲ ਦੇ ਉੱਤੇ ਮੈਂ ਮੂਵ ਔਨ ਕਰਦੀ ਹਾਂ। ਹੁਣ ਦੇਖੋ, ਪਹਿਲੇ ਰੂਲ ਦੇ ਵਿੱਚ ਆਪਾਂ ਨੇ ਜਿਹੜਾ ਦ ਲਗਾਇਆ ਉਹ ਸੁਪਰਲੇਟਿਵ ਡਿਗਰੀ ਦੇ ਅੱਗੇ ਲਗਾਇਆ ਸੀ ਨਾ। ਹੁਣ ਆ ਸੈਕਿੰਡ ਡਿਗਰੀ ਦੇ ਵਿੱਚ ਨਾ ਮੈਂ ਤੁਹਾਨੂੰ ਜਿਹੜਾ ਦ ਹੈ ਨਾ, ਇਹ ਕੰਪੈਰੇਟਿਵ ਡਿਗਰੀ ਦੇ ਅੱਗੇ ਲਗਾ ਕੇ ਦਿਖਾਉਂਗੀ। ਦੂਜੀ ਡਿਗਰੀ ਸੀ ਨਾ ਕੰਪੈਰੇਟਿਵ, ਜਦੋਂ ਦੋ ਜਣਿਆਂ ਦਾ ਕੰਪੈਰੀਜ਼ਨ ਹੁੰਦਾ, ਤਾਂ ਉਹਦੇ ਅੱਗੇ ਤੁਹਾਨੂੰ ਇਹ ਜਿਹੜੀ ਲਗਾ ਕੇ ਦਿਖਾਉਂਗੀ ਮੈਂ ਤੁਹਾਨੂੰ ਡਿਗਰੀ ਦੇ ਅੱਗੇ ਦ। ਹਾਂਜੀ, ਇਹ ਰੂਲ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਬਰੀਫ ਇਨਫੋਰਮੇਸ਼ਨ ਦੇ ਦਾਂ। ਇਸ ਮੰਥ ਦੀ 20th ਤੋਂ, ਜੂਨ ਚੱਲ ਰਿਹਾ, 20th ਜੂਨ ਤੋਂ ਨਿਊ ਔਨਲਾਈਨ ਬੈਚ ਸਟਾਰਟ ਕਰਨਾ ਹੈ ਮੈਂ। ਜ਼ੂਮ ਐਪਲੀਕੇਸ਼ਨ 'ਤੇ ਕਲਾਸ ਲੱਗਦੀ ਹੈ, ਔਰ ਇਹ ਜਿਹੜਾ ਬੈਚ ਹੈਗਾ ਉਹ ਇੰਗਲਿਸ਼ ਗ੍ਰਾਮਰ ਦਾ ਹੈ। ਇੰਗਲਿਸ਼ ਗ੍ਰਾਮਰ ਦਾ ਪਟਵਾਰੀ ਤੋਂ ਪਹਿਲਾਂ ਆਪਾਂ ਸਾਰੀ ਗ੍ਰਾਮਰ ਕੰਪਲੀਟ ਕਰਨੀ ਹੈ। ਠੀਕ ਹੈ, ਅਤੇ ਉਹ ਜਿਨ੍ਹਾਂ ਨੇ ਜੁਆਇਨ ਕਰਨਾ ਹੋਇਆ ਤੁਸੀਂ ਮੈਨੂੰ ਕੋਂਟੈਕਟ ਕਰ ਸਕਦੇ ਹੋ, ਟੈਲੀਗ੍ਰਾਮ ਗਰੁੱਪ ਜੁਆਇਨ ਕਰ ਸਕਦੇ ਹੋ। ਉਹਦੇ ਤੁਹਾਨੂੰ ਡਿਸਕਸ਼ਨ ਗਰੁੱਪ ਦਾ ਵੀ ਲਿੰਕ ਜਿਹੜਾ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦਊਂਗੀ, ਉੱਥੋਂ ਵੀ ਮਿਲ ਜੂਗਾ। ਉੱਥੇ ਵੀ ਤੁਸੀਂ ਮੈਨੂੰ ਮੈਸੇਜ ਕਰਕੇ ਪੁੱਛ ਸਕਦੇ ਹੋ। ਠੀਕ ਹੈ ਜੀ, ਅਤੇ ਇਹ ਜਿਨ੍ਹਾਂ ਨੇ ਵੀ ਜੁਆਇਨ ਕਰਨਾ ਹੋਇਆ ਤੁਹਾਨੂੰ ਪਤਾ ਚੱਲ ਜੂਗਾ। ਇਸੇ ਤਰੀਕੇ ਨਾਲ ਮੈਂ ਉੱਥੇ ਜ਼ੂਮ ਐਪ ਦੇ ਉੱਤੇ ਕਲਾਸ ਲਗਾਉਣੀ ਹੁੰਦੀ ਆ। ਪੇਡ ਕੋਰਸ ਹੋਊਗਾ। ਠੀਕ ਹੈ ਜੀ, ਪਰ ਮੰਥ ਦੀ ਜਿਹੜੀ ਫੀ ਹੈ, ਪਰ ਮੰਥ ਦੀ, ਪਰ ਸਬਜੈਕਟ ਦੀ, ਮਤਲਬ ਇੰਗਲਿਸ਼ ਗ੍ਰਾਮਰ ਦੀ ਪਰ ਮੰਥ ਦੀ ਜਿਹੜੀ ਫੀ ਹੈ 2000 ਹੈ। ਠੀਕ ਹੈ ਜੀ, ਜਿਨ੍ਹਾਂ ਨੇ ਜੁਆਇਨ ਕਰਨਾ ਹੋਇਆ ਤੁਸੀਂ ਮੈਨੂੰ ਕੰਟੈਕਟ ਕਰ ਲਿਓ, ਮੈਸੇਜ ਕਰ ਦਿਓ ਟੈਲੀਗ੍ਰਾਮ 'ਤੇ, ਅਦਰਵਾਈਜ਼ ਕਮੈਂਟ ਦੇ ਵਿੱਚ ਵੀ ਦੱਸ ਸਕਦੇ ਹੋ, ਅਤੇ ਕੋਈ ਦਿੱਕਤ ਵਾਲੀ ਗੱਲ ਨਹੀਂ। ਉਹਦੇ ਵਿੱਚ ਜਾ ਕੇ ਟੈਲੀਗ੍ਰਾਮ 'ਤੇ ਜਾ ਕੇ ਤੁਸੀਂ ਮੈਨੂੰ ਸੀਕਰੇਟ ਚੈਟ 'ਚ ਵੀ ਮੈਸੇਜ ਕਰ ਸਕਦੇ ਹੋ, ਕੋਈ ਇਸ਼ੂ ਨਹੀਂ ਹੈਗਾ। ਓਕੇ, ਸ਼ੁਰੂ ਕਰਦੇ ਹਾਂ। ਮੈਂ ਪ੍ਰੈਫਰ ਕਰੂੰਗੀ ਸੀਕਰੇਟ ਚੈਟ 'ਚ ਹੀ ਕਰ ਲਿਓ, ਮਤਲਬ ਸਾਰਿਆਂ ਨੂੰ ਡਿਸਟਰਬ ਕਰਨ ਦੀ ਬਜਾਏ। ਤਾਂ ਚਲੋ ਦੇਖਦੇ ਹਾਂ ਆਪਾਂ ਦੂਜਾ ਰੂਲ ਕੀ ਕਹਿੰਦਾ। ਹੁਣ ਇਸ ਦੂਜੇ ਰੂਲ ਦੇ ਵਿੱਚ ਨਾ ਤੁਹਾਨੂੰ ਕੰਪੈਰੇਟਿਵ ਡਿਗਰੀ ਦੇ ਅੱਗੇ ਮੈਂ ਦ ਲਗਾ ਕੇ ਦਿਖਾਉਂਗੀ ਕਿੱਦਾਂ ਲੱਗਦਾ। ਠੀਕ ਹੈ, ਹੁਣ ਆਫ ਦਾ ਟੂ ਦਾ ਰੂਲ ਹੈ ਜਿਹੜਾ ਕੀ ਕਹਿੰਦਾ, ਰੂਲ ਨੂੰ ਛੱਡ ਦਿਓ, ਚਲੋ ਪਿੱਛੋਂ ਆਫ ਦਾ ਟੂ ਕਰਦੇ ਹਾਂ ਆਪਾਂ। ਹੁਣ ਟੂ ਕੀ ਹੁੰਦਾ, ਦੋ। ਤਾਂ ਜਦੋਂ ਦੋ ਦੀ ਗੱਲ ਹੋਊਗੀ, ਦੋ 'ਚ ਤੁਲਨਾ ਦੀ ਗੱਲ ਹੋਊਗੀ, ਉਦੋਂ ਗੱਲ ਕੰਪੈਰੇਟਿਵ ਡਿਗਰੀ ਦੀ ਆ ਗਈ। ਤਾਂ ਇੱਥੋਂ ਆਪਾਂ ਨੂੰ ਪਤਾ ਲੱਗ ਗਿਆ ਵੀ ਜਿਹੜੀ ਡਿਗਰੀ ਲੱਗੂਗੀ ਇੱਥੇ ਕੰਪੈਰੇਟਿਵ ਡਿਗਰੀ ਲੱਗੂਗੀ। ਹੁਣ ਉਹਦੇ ਅੱਗੇ ਦ ਵੀ ਲੱਗੂਗਾ। ਕਿਉਂ ਲੱਗੂਗਾ ਦ, ਕਿਉਂਕਿ ਨਾ ਆਪਾਂ ਉੱਥੇ ਆਫ ਦਾ ਟੂ ਦਾ ਮਤਲਬ ਹੈ ਵੀ ਆਫ ਦੋ ਦੇ ਵਿੱਚੋਂ ਕਿਸੇ ਇੱਕ ਨੂੰ ਵਿਸ਼ੇਸ਼ ਕਰਾਂਗੇ, ਤਾਂ ਕਰਕੇ ਲੱਗੂਗਾ। ਮੈਂ ਤੁਹਾਨੂੰ ਐਗਜ਼ਾਮਪਲ ਦਿੰਦੀ ਹਾਂ, ਆਰਾਮ ਨਾਲ ਸਮਝ ਆਊਗਾ। ਰੂਲ ਸਮਝਾਉਣ ਤੋਂ ਪਹਿਲਾਂ ਤੁਹਾਨੂੰ ਐਗਜ਼ਾਮਪਲ ਦਿੰਦੀ ਹਾਂ। ਜਿਵੇਂ ਮੈਂ ਕਿਹਾ ਹੀ ਇਜ਼ the taller of the two boys। ਠੀਕ ਹੈ, ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ। ਹੁਣ ਦੇਖੋ, ਮੈਂ ਕਿਹਾ ਹੀ ਇਜ਼ ਟਾਲਰ, ਮੈਂ ਕਿਸੇ ਨੂੰ ਕਿਹਾ ਵੀ ਉਹ ਟਾਲਰ ਹੈ, ਲੰਮਾ ਹੈ, ਜ਼ਿਆਦਾ ਲੰਮਾ ਹੈ, ਆਫ ਦਾ ਟੂ ਬॉयਜ਼, ਕਿ ਦੋ ਬॉयਜ਼ ਦੇ ਵਿੱਚੋਂ ਉਹ ਜ਼ਿਆਦਾ ਲੰਮਾ ਹੈ। ਇਟ ਮੀਨਸ ਮੈਂ ਕਿਸੇ ਇੱਕ ਨੂੰ ਵਿਸ਼ੇਸ਼ ਕਰ ਰਹੀ ਹਾਂ। ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਇਹ ਗੱਲ ਦੱਸੀ ਸੀ ਕਿ ਜਦੋਂ ਆਪਾਂ ਕਿਸੇ ਵੀ ਵਿਸ਼ੇਸ਼ ਚੀਜ਼ ਦੀ ਗੱਲ ਕਰਾਂਗੇ ਆਪਾਂ ਉੱਥੇ ਆਰਟੀਕਲ ਦਾ ਲਗਾਵਾਂਗੇ ਹੀ ਲਗਾਵਾਂਗੇ। ਹੁਣ ਦੇਖੋ, ਆਫ ਦਾ ਟੂ ਬॉयਜ਼, ਦੋ ਬॉयਜ਼ ਦੇ ਵਿੱਚੋਂ ਕਿਸੇ ਇੱਕ ਨੂੰ ਵਿਸ਼ੇਸ਼ ਕਰ ਰਹੀ ਹੈ ਨਾ, ਤਾਂ ਇਹਦਾ ਮਤਲਬ ਇੱਥੋਂ ਰੂਲ ਕੀ ਨਿਕਲ ਕੇ ਆਇਆ ਆਪਣੇ ਕੋਲੇ ਵੀ ਆਫ ਦਾ ਟੂ ਤੋਂ ਬਾਅਦ ਨਾਊਨ ਹੋਊਗਾ, ਅਤੇ ਜਿਹੜਾ ਨਾਊਨ ਹੋਊਗਾ ਉਹ ਪਲੂਰਲ ਫਾਰਮ ਦੇ ਵਿੱਚ ਹੋਊਗਾ, ਮਤਲਬ ਬਹੁਵਚਨ ਦੇ ਵਿੱਚ ਹੋਊਗਾ। ਅਤੇ ਆਫ ਦਾ ਟੂ ਤੋਂ ਪਹਿਲਾਂ ਜਿਹੜੀ ਡਿਗਰੀ ਆ ਉਹ ਕਿਹੜੀ ਲੱਗੂਗੀ, ਕੰਪੈਰੇਟਿਵ ਡਿਗਰੀ ਲੱਗੂਗੀ, ਕਿਉਂਕਿ ਉਹਦੇ ਵਿੱਚੋਂ ਦੋ 'ਚੋਂ ਆਪਾਂ ਇੱਕ ਨੂੰ ਵਿਸ਼ੇਸ਼ ਕਰ ਰਹੇ ਹਾਂ, ਤਾਂ ਉਹਦੇ ਅੱਗੇ ਜਿਹੜਾ ਆਰਟੀਕਲ ਹੈਗਾ ਉਹ ਦ ਲੱਗੂਗਾ।
मैं रिपीट करदी हाँ रूल की कहंदा आपां नूं। रूल कहंदा जी कि ਜਿਹੜਾ ऑफ द टू है उस तो बाद नाउन आऊगा ਤੇ ਨਾउन ਹੋਊਗਾ ਪਲੂਰਲ ਫਾਰਮ ਦੇ ਵਿੱਚ, ਪਲੂਰਲ ਫਾਰਮ ਦੇ ਵਿੱਚ ਨਾउन ਹੋਊਗਾ, ਠੀਕ ਹੈ। ਤੇ ਉਹ ਮਤਲਬ ਜਿਹਦੀ ਵੀ ਗੱਲ ਹੋਊਗੀ ਦੋ ਦੇ ਵਿੱਚੋਂ, ਜਿਹਦੀ ਜਿਹੜਾ ਦੋ ਆਪਾਂ ਕਹਿ ਰਹੇ ਨਾ ਇੱਥੇ ਬ੍ਰਦਰਸ ਵੀ ਹੋ ਸਕਦਾ ਸੀ, ਉਹ ਪਲੂਰਲ ਦੇ ਵਿੱਚ ਹੋਊਗਾ ਬਸ, ਠੀਕ ਹੈ। ਤੇ ਆਫ ਦਾ ਟੂ ਤੋਂ ਪਹਿਲਾਂ ਡਿਗਰੀ ਕੰਪੈਰੀਟਿਵ ਲੱਗੂਗੀ, ਕਿਉਂਕਿ ਜਿਹੜੀ ਇੱਥੇ ਗੱਲ ਹੈ ਨਾ ਟੂ ਦੀ ਹੋ ਰਹੀ ਹੈ ਤੇ ਆਪਾਂ ਦੋ ਚੋਂ ਇੱਕ ਨੂੰ ਵਿਸ਼ੇਸ਼ ਕੱਢ ਰਹੇ ਹਾਂ ਵੀ ਹੀ ਇਜ਼ ਦਾ ਟਾਲਰ, ਵੀ ਜ਼ਿਆਦਾ ਲੰਮਾ ਹੈ, ਤੇ ਉਹ ਟਾਲਰ ਤੋਂ ਅੱਗੇ ਫਿਰ ਆਰਟੀਕਲ ਹੈ ਜਿਹੜਾ ਉਹ ਦ ਯੂਜ਼ ਹੋਊਗਾ। ਹੋਪ ਸੋ ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਇਹ ਗੱਲ ਹੈ ਜਿਹੜੀ ਸਮਝ ਆ ਗਈ ਹੋਊਗੀ, ਠੀਕ ਹੈ ਜੀ। ਇੱਕ ਐਗਜ਼ਾਮਪਲ ਤੁਹਾਨੂੰ ਇਹਦੀ ਹੋਰ ਦੇ ਦਿੰਨੀ ਆ ਮੈਂ, ਜਿਵੇਂ ਮੈਂ ਲਿਖਿਆ ਸ਼ੀ ਇਜ਼ ਦ ਮੋਰ ਬਿਊਟੀਫੁਲ ਆਫ ਦ ਟੂ ਸਿਸਟਰਸ, ਕਿ ਦੋ ਭੈਣਾਂ ਦੇ ਵਿੱਚੋਂ ਉਹ ਜ਼ਿਆਦਾ ਸੋਹਣੀ ਹੈ, ਹਨਾ। ਤੇ ਇੱਥੋਂ ਕੀ ਆਪਾਂ ਦੇਖੋ ਆਫ ਦਾ ਟੂ ਨਿਕਲਿਆ ਆਪਣੇ ਕੋਲੇ, ਉਸ ਤੋਂ ਬਾਅਦ ਜਿਹੜਾ ਨਾउन ਲੱਗਿਆ ਪਲੂਰਲ ਫਾਰਮ ਦੇ ਵਿੱਚ ਹੈ, ਮੋਰ ਬਿਊਟੀਫੁਲ ਸੈਕਿੰਡ ਹੋ ਗਈ ਨਾ, ਕਿਉਂਕਿ ਬਿਊਟੀਫੁਲ ਹੁੰਦਾ ਫਸਟ ਪੋਜ਼ਿਟਿਵ ਡਿਗਰੀ, ਮੋਰ ਬਿਊਟੀਫੁਲ ਹੋ ਗਿਆ ਸੈਕਿੰਡ, ਤੇ ਮੋਸਟ ਬਿਊਟੀਫੁਲ ਹੋ ਗਿਆ ਥਰਡ। ਉਹਦੇ ਅੱਗੇ ਜਿਹੜਾ ਆਰਟੀਕਲ ਹੈ ਉਹ ਕਿਹੜਾ ਲੱਗ ਗਿਆ, ਦ ਆਰਟੀਕਲ ਲੱਗ ਗਿਆ। ਤਾਂ ਹੋਪਸ ਤੁਹਾਨੂੰ ਇਹ ਚੀਜ਼ ਕਲੀਅਰ ਹੋਊਗੀ। ਅੱਛਾ, ਹੁਣ ਨਾ ਇੱਕ ਗੱਲ ਸਮਝਣ ਦੀ ਕੋਸ਼ਿਸ਼ ਕਰੋ। ਇੱਥੇ ਮੰਨ ਲਓ ਨਾ ਮੈਂ ਜਿੱਥੇ ਇੱਥੇ ਟੂ ਲਿਖਿਆ ਨਾ, ਟੂ ਲਿਖਿਆ ਇਹਨੂੰ ਮੈਂ ਕੱਟਦਾ, ਟੂ ਦੀ ਜਗ੍ਹਾ ਤੇ ਮੈਂ ਲਿਖਦਾ 7 ਲਿਖਦਾ, ਮੰਨ ਲਓ 7 ਆਫ ਦਾ 7 ਸਿਸਟਰਸ, ਮੰਨ ਲਓ ਮੈਂ ਇੱਦਾਂ ਲਿਖਦਾ ਹੈ ਨਾ, ਤਾਂ ਕੀ ਇੱਥੇ ਮੋਰ ਬਿਊਟੀਫੁੱਲੀ ਆਊਗਾ? ਨਹੀਂ, ਇਹ ਮੋਰ ਦੀ ਜਗ੍ਹਾ ਨਾ ਫਿਰ ਇੱਥੇ ਮੋਸਟ ਆ ਜਾਊਗਾ। ਪਤਾ ਕਿਉਂ ਮੋਸਟ ਆ ਜਾਊਗਾ? ਕਿਉਂਕਿ ਫਿਰ ਇੱਥੇ ਬਹੁਤਿਆਂ ਦੇ ਵਿੱਚੋਂ ਮੈਂ ਕਿਸੇ ਇੱਕ ਦੀ ਗੱਲ ਕਰ ਰਹੀ ਹਾਂ, ਤਾਂ ਸੁਪਰਲੇਟਿਵ ਡਿਗਰੀ ਵਾਲਾ ਰੂਲ ਆ ਜਾਊਗਾ। ਫਿਰ ਸੈਂਟੈਂਸ ਕੀ ਬਣ ਜਾਊਗਾ, ਸ਼ੀ ਇਜ਼ ਦ ਮੋਸਟ ਬਿਊਟੀਫੁਲ ਆਫ ਦਾ 7 ਸਿਸਟਰਸ। ਸਮਝ ਗਏ ਨਾ? ਕਿਉਂਕਿ ਇਹ ਤਾਂ ਜਿਹੜਾ ਆਫ ਦਾ ਟੂ ਰੂਲ ਹੈ ਨਾ, ਤਾਂ ਟੂ ਵਾਲੇ ਦੀ ਅਪਲਾਈ ਹੁੰਦਾ। ਕੰਪੈਰੇਟਿਵ ਡਿਗਰੀ ਤਾਂ ਉਦੋਂ ਹੀ ਲੱਗੂਗੀ ਜਦੋਂ ਆਪਾਂ ਦੋ ਜਣਿਆਂ ਦੇ ਵਿੱਚੋਂ ਦੋ ਜਣਿਆਂ ਦਾ ਕੰਪੈਰੀਜ਼ਨ ਕਰ ਰਹੇ ਹਾਂ। ਤਾਂ ਹੁਣ ਜਦੋਂ ਆਪਾਂ ਦੋ ਤੋਂ ਵਧਾਤੀ ਸੰਖਿਆ 3 ਕਰਤੀ, 4 ਕਰਤੀ, ਕਿੰਨੀ ਵੀ ਕਰਤੀ, ਤਾਂ ਉਦੋਂ ਫਿਰ ਸੁਪਰਲੇਟਿਵ ਡਿਗਰੀ ਵਾਲਾ ਰੂਲ ਲਾਗੂ ਹੋ ਜਾਊਗਾ, ਤੇ ਡਿਗਰੀ ਆਪਣੇ ਕੋਲੇ ਥਰਡ ਲੱਗੂਗੀ, ਤੇ ਉਸ ਤੋਂ ਪਹਿਲਾਂ ਫਿਰ ਆਰਟੀਕਲ ਦ ਲੱਗੂਗਾ। ਤਾਂ ਹੋਪਸ ਤੁਹਾਨੂੰ ਇਹ ਆਫ ਦਾ ਟੂ ਵਾਲਾ ਰੂਲ ਵੀ ਹੈ ਜਿਹੜਾ ਕਲੀਅਰ ਹੋਊਗਾ। ਨੈਕਸਟ ਰੂਲ ਦੇ ਉੱਤੇ ਮੈਂ ਮੂਵ ਔਨ ਕਰਦੀ ਹਾਂ। ਥਰਡ ਰੂਲ ਹੈ ਜਿਹੜਾ, ਇਹ ਹੈਗਾ ਜੀ ਪੈਰਲਲ ਕੰਸਟਰਕਸ਼ਨ ਦਾ ਰੂਲ। ਇਹਦੇ ਵਿੱਚ ਕੀ ਹੁੰਦਾ ਹੈ? ਪੈਰਲਲ, ਦੇਖੋ ਪੈਰਲਲ ਦਾ ਮਤਲਬ ਹੁੰਦਾ ਇੱਦਾਂ ਸਮਾਨਾਂਤਰ। ਸਮਾਨਾਂਤਰ ਵਰਡ ਤੁਸੀਂ ਪੰਜਾਬੀ 'ਚ ਪੜ੍ਹਿਆ ਹੋਊਗਾ ਵੀ ਜਿੱਦਾਂ ਮੰਨ ਲਓ ਮੈਂ ਦੋ ਖੰਭੇ ਹੈ ਇੱਕ ਦੂਜੇ ਸਾਹਮਣੇ ਖੜੇ ਕਰ ਦਈਏ, ਤਾਂ ਉਹ ਇੱਕ ਦੂਜੇ ਪੈਰਲਲ ਹੋਣਗੇ। ਇੱਦਾਂ ਨਹੀਂ ਹੋਊਗਾ ਵੀ ਉਹ ਇੰਟਰਸੈਕਟ ਕਰਨਗੇ ਜਾਂ ਟਕਰਾਉਣਗੇ ਆਪਸ 'ਚ, ਨਹੀਂ। ਪੈਰਲਲ ਦਾ ਮਤਲਬ ਹੁੰਦਾ ਸਮਾਨਾਂਤਰ, ਠੀਕ ਹੈ। ਤਾਂ ਹੁਣ ਇਹ ਰੂਲ ਦੇ ਨੇਮ ਦੇ ਉੱਤੇ ਨਹੀਂ ਜਾਣਾ, ਮੇਰੀ ਗੱਲ ਸਮਝਣੀ ਹੈ ਕਿ ਪੈਰਲਲ ਕੰਸਟਰਕਸ਼ਨ ਦਾ ਰੂਲ ਕੀ ਕਹਿੰਦਾ, ਇੱਕ ਚੀਜ਼ ਦੇ ਵਧਣ ਨਾਲ ਦੂਜੀ ਚੀਜ਼ ਵੀ ਵਧੂਗੀ, ਇੱਕ ਚੀਜ਼ ਦੇ ਘਟਣ ਨਾਲ ਦੂਜੀ ਚੀਜ਼ ਵੀ ਘਟੂਗੀ, ਠੀਕ ਹੈ। ਹੁਣ ਦੇਖੋ ਅਗੇਨ, ਦੇਖੋ ਤੁਸੀਂ, ਇੱਕ ਚੀਜ਼ ਦੇ ਵਧਣ ਨਾਲ ਦੂਜੀ ਵੀ ਵੱਧ ਰਹੀ ਹੈ, ਦੂਜਾ ਮਤਲਬ ਜੇ ਇੱਕ ਚੀਜ਼ ਘਟਦੀ ਹੈ ਦੂਜੀ ਵੀ ਘਟੂਗੀ। ਹੁਣ ਇੱਥੇ ਕੰਪੈਰੀਜ਼ਨ ਅਲਟੀਮੇਟਲੀ ਦੋ ਚੀਜ਼ਾਂ ਦਾ ਹੋ ਰਿਹਾ ਨਾ, ਤਾਂ ਜਦੋਂ ਵੀ ਆਪਾਂ ਕੰਪੈਰੀਜ਼ਨ ਦੋ ਚੀਜ਼ਾਂ ਦਾ ਕਰਦੇ ਹੁੰਦੇ ਹਾਂ, ਆਪਾਂ ਕਿਹੜੀ ਡਿਗਰੀ ਲਾਉਂਦੇ ਹੁੰਦੇ ਹਾਂ? ਕੰਪੈਰੀਟਿਵ ਡਿਗਰੀ। ਤਾਂ ਇਹਨਾਂ ਕੇਸਿਸ ਦੇ ਵਿੱਚ ਡਿਗਰੀ ਕਿਹੜੀ ਲੱਗੂਗੀ? ਕੰਪੈਰੀਟਿਵ ਡਿਗਰੀ। ਹੁਣ ਇਹਨਾਂ ਦੋਨਾਂ ਦਾ ਕੰਪੈਰੀਜ਼ਨ ਕਰ ਰਹੇ ਹਾਂ, ਤਾਂ ਉਹਨਾਂ ਦੋਨਾਂ ਦੇ ਅੱਗੇ ਆਰਟੀਕਲ ਦ ਯੂਜ਼ ਹੋਊਗਾ, ਠੀਕ ਹੈ। ਜਦੋਂ ਇੱਕ ਦੇ ਵਧਣ ਨਾਲ ਦੂਜੀ ਚੀਜ਼ ਵੱਧਦੀ ਹੈ ਤਾਂ ਉਦੋਂ ਕੰਪੈਰੀਟਿਵ ਡਿਗਰੀ ਯੂਜ਼ ਹੋਊਗੀ, ਤੇ ਦੋਨਾਂ ਦੇ ਅੱਗੇ ਆਰਟੀਕਲ ਦਾ ਯੂਜ਼ ਹੋਊਗਾ, ਠੀਕ ਹੈ। ਮੈਂ ਤੁਹਾਨੂੰ ਐਗਜ਼ਾਮਪਲ ਦਿੰਦੀ ਹਾਂ, ਤੁਹਾਨੂੰ ਕਲੀਅਰ ਹੋ ਜਾਊਗਾ। ਜਿਵੇਂ ਮੈਂ ਕਿਹਾ, ਦ ਹਾਇਰ ਵੀ ਗੋ, ਕੋਮਾ ਦ ਕੂਲਰ ਵੀ ਫੀਲ। ਵੀ ਜਿੰਨਾ ਜ਼ਿਆਦਾ ਆਪਾਂ ਉੱਚਾ ਜਾਈ ਜਾਂਦੇ ਹਾਂ ਨਾ, ਦ ਹਾਇਰ ਵੀ ਗੋ, ਜਿੰਨਾ ਜ਼ਿਆਦਾ ਆਪਾਂ ਉਚਾਈ 'ਤੇ ਜਾਈ ਜਾਂਦੇ ਹਾਂ, ਪਹਾੜੀਆਂ 'ਤੇ ਮੰਨ ਲਓ ਆਪਾਂ ਜਿੰਨਾ ਜ਼ਿਆਦਾ ਉਚਾਈ 'ਤੇ ਜਾਈ ਜਾਵਾਂਗੇ, ਦਾ ਕੂਲਰ ਵੀ ਫੀਲ, ਓਨਾ ਆਪਾਂ ਠੰਡਾ ਫੀਲ ਕਰੀ ਜਾਂਦੇ ਹਾਂ। ਹੁਣ ਇੱਥੇ ਕੀ ਹੈ ਦੇਖੋ, ਇੱਕ ਚੀਜ਼ ਦੇ ਵਧਣ ਨਾਲ ਦੂਜੀ ਚੀਜ਼ ਵੀ ਵੱਧ ਰਹੀ ਹੈ ਨਾ, ਹਾਇਰ ਵੀ ਗੋ, ਕੂਲਰ ਵੀ ਫੀਲ, ਉਹਨਾਂ ਜ਼ਿਆਦਾ ਆਪਾਂ ਕੂਲਰ ਫੀਲ ਕਰੀ ਜਾਵਾਂਗੇ। ਤਾਂ ਦੋਨਾਂ ਦੇ ਅੱਗੇ ਡਿਗਰੀ ਕਿਹੜੀ ਲੱਗੀ? ਈ ਆਰ। ਦੇਖੋ ਜਿਹੜੀ ਸੈਕਿੰਡ ਡਿਗਰੀ ਹੁੰਦੀ ਹੈ ਨਾ ਕੰਪੈਰੀਟਿਵ, ਉਹਦੀ ਨਿਸ਼ਾਨੀ ਹੁੰਦੀ ਹੈ ਈ ਆਰ ਜਾਂ ਫਿਰ ਮੋਰ। ਇੱਥੇ ਈ ਆਰ ਲੱਗਿਆ ਨਾ, ਤਾਂ ਈ ਆਰ ਤੋਂ ਪਤਾ ਲੱਗ ਗਿਆ ਆਪਾਂ ਨੂੰ ਕੰਪੈਰੀਟਿਵ ਡਿਗਰੀ ਲੱਗੀ ਹੈ, ਤਾਂ ਦੋਨਾਂ ਦੇ ਅੱਗੇ ਆਰਟੀਕਲ ਦ ਯੂਜ਼ ਹੋਊਗਾ। ਇਹ ਬਹੁਤ ਵਾਰੀ ਐਰਰ ਆਈ ਹੈ ਇਹਦੀ, ਤਾਂ ਧਿਆਨ ਰੱਖਿਓ ਇਸ ਚੀਜ਼ ਦਾ। ਕਲੀਅਰ ਹੈ ਜੀ? ਇੱਕ ਐਗਜ਼ਾਮਪਲ ਤੁਹਾਨੂੰ ਇਹਦੀ ਹੋਰ ਦਿੰਨੀ ਹੈ, ਫਿਰ ਮੈਂ ਆਪਾਂ ਚੱਲਦੇ ਹਾਂ ਅਗਲੇ ਰੂਲ ਦੇ ਉੱਤੇ। ਮੈਂ ਲਿਖਿਆ ਦ ਗ੍ਰੇਟਰ ਇਜ਼ ਦ ਡਿਮਾਂਡ, ਦ ਗ੍ਰੇਟਰ ਇਜ਼ ਦ ਡਿਮਾਂਡ, ਦ ਹਾਇਰ ਇਜ਼ ਦ ਪ੍ਰਾਈਜ਼। ਦ ਹਾਇਰ ਇਜ਼ ਦਾ ਪ੍ਰਾਈਜ਼। ਵੀ ਜਿੰਨੀ ਜ਼ਿਆਦਾ ਹੈ ਜਿਹੜੀ ਡਿਮਾਂਡ ਵਧੀ ਜਾਂਦੀ ਹੈ ਨਾ, ਉਨਾ ਜ਼ਿਆਦਾ ਕਿਸੇ ਚੀਜ਼ ਦੀ ਕੀਮਤ ਵਧੀ ਜਾਂਦੀ ਹੈ। ਤਾਂ ਦੇਖੋ ਸੈਕਿੰਡ ਡਿਗਰੀ ਲੱਗੀ ਹੈ ਗ੍ਰੇਟਰ,
ਹਾਇਰ ਵੀ ਸੈਕੰਡ ਡਿਗਰੀ ਲੱਗੀ ਹੈ, ਦੋਨਾਂ ਦੇ ਅੱਗੇ ਆਰਟੀਕਲ ਕੀ ਹੈ, ਦ ਯੂਜ਼ ਹੋ ਗਿਆ। ਤਾਂ ਆਈ ਹੋਪ ਤੁਹਾਨੂੰ ਪੈਰਲਲ ਕੰਸਟਰਕਸ਼ਨ ਦਾ ਜਿਹੜਾ ਰੂਲ ਹੈ ਵੀ ਕਲੀਅਰ ਹੋ ਗਿਆ ਹੋਊਗਾ। ਹਾਂਜੀ, ਫੋਰਥ ਰੂਲ ਬਹੁਤ ਇੰਪੋਰਟੈਂਟ ਹੈ, ਐਗਜ਼ਾਮ ਦੇ ਵਿੱਚ ਕਾਫੀ ਵਾਰੀ ਇਹਦੇ ਤੋਂ ਕੁਐਸਚਨ ਬਣਿਆ ਹੈ। ਵੀਡੀਓ ਦੀ ਲੈਂਥ ਜ਼ਿਆਦਾ ਹੋ ਸਕਦੀ ਹੈ, ਪਰ ਵੀਡੀਓ ਦੀ ਲੈਂਥ 'ਤੇ ਪਲੀਜ਼ ਨਾ ਜਾਈਓ। ਕੰਟੈਂਟ ਦੇਖੋ, ਤੁਹਾਨੂੰ ਸਮਝ ਲੱਗ ਰਹੀ ਹੈ, ਮਤਲਬ ਇਹ ਚੀਜ਼ ਦੇ ਉੱਤੇ ਫੋਕਸ ਰਹਿਣਾ ਚਾਹੀਦਾ ਤੁਹਾਡਾ, ਟਾਈਮਿੰਗ ਦੇ ਉੱਤੇ ਨਹੀਂ ਰਹਿਣਾ ਚਾਹੀਦਾ। ਯੂਨੀਅਨ, ਯੂਨਾਈਟਿਡ ਤੇ ਰਿਪਬਲਿਕ, ਇਹ ਰੂਲ ਕੀ ਕਹਿੰਦਾ ਦੇਖੋ, ਕਿਸੇ ਵੀ ਸਟੇਟ ਜਾਂ ਕਿਸੇ ਵੀ ਕੰਟਰੀ ਦੇ ਨੇਮ ਦੇ ਅੱਗੇ ਜਦੋਂ ਆਪਾਂ ਨੂੰ ਯੂਨੀਅਨ ਲੱਗਿਆ ਮਿਲ ਜੇ, ਯੂਨਾਈਟਿਡ ਲੱਗਿਆ ਮਿਲ ਜੇ ਜਾਂ ਰਿਪਬਲਿਕ ਲੱਗਿਆ ਮਿਲ ਜੇ, ਇਹਨਾਂ ਤਿੰਨਾਂ ਦੇ ਵਿੱਚੋਂ ਕੋਈ ਵੀ ਵਰਡ ਆਪਾਂ ਨੂੰ ਕਿਸੇ ਕੰਟਰੀ ਜਾਂ ਸਟੇਟ ਦੇ ਨੇਮ ਦੇ ਅੱਗੇ ਲੱਗਿਆ ਮਿਲ ਜੇ ਤਾਂ ਆਪਾਂ ਉਹਦੇ ਅੱਗੇ ਦ ਆਰਟੀਕਲ ਲਗਾਉਂਦੇ ਹਾਂ। ਠੀਕ ਹੈ, ਮੈਂ ਰਿਪੀਟ ਕਰਦੀ ਹਾਂ, ਕਿਸੇ ਵੀ ਸਟੇਟ ਜਾਂ ਕੰਟਰੀ ਤੋਂ ਪਹਿਲਾਂ ਆਪਾਂ ਨੂੰ ਇਹ ਯੂਨੀਅਨ, ਯੂਨਾਈਟਿਡ ਜਾਂ ਰਿਪਬਲਿਕ ਦੇ ਵਿੱਚੋਂ ਕੋਈ ਵੀ ਵਰਡ ਲੱਗਿਆ ਹੋਇਆ ਮਿਲ ਜਾਂਦਾ ਤਾਂ ਆਪਾਂ ਉੱਥੇ ਆਰਟੀਕਲ ਦਾ ਯੂਜ਼ ਕਰਾਂਗੇ। ਠੀਕ ਹੈ, ਜਿਵੇਂ ਕਿਹੜੀਆਂ ਕੰਟਰੀਜ਼ ਹੈ, ਜਿਵੇਂ ਯੂ ਐਸ ਏ ਦੀ ਫੁੱਲ ਫਾਰਮ ਕੀ ਹੁੰਦੀ ਹੈ, ਯੂਨਾਈਟਿਡ ਸਟੇਟਸ ਆਫ ਅਮੈਰੀਕਾ, ਪਤਾ ਹੀ ਹੈ ਤੁਹਾਨੂੰ। ਤਾਂ ਯੂਨਾਈਟਿਡ ਲੱਗ ਗਿਆ ਨਾ, ਦੇਖੋ ਇਹਦੇ ਅੱਗੇ ਵੀ ਫਿਰ ਦ ਆਊਗਾ। UK, ਯੂਨਾਈਟਿਡ ਕਿੰਗਡਮ, ਇਹਦੇ ਅੱਗੇ ਵੀ ਦ ਆਊਗਾ। ਉਸ ਤੋਂ ਬਾਅਦ ਆ ਜਾਊਗਾ UAE, ਇਹਦੇ ਅੱਗੇ ਵੀ ਦਾ ਆਊਗਾ। ਇਹ ਕੀ ਹੈ, ਯੂਨਾਈਟਿਡ ਅਰਬ ਐਮੀਰਾਟਸ, ਇਹਦੇ ਅੱਗੇ ਵੀ ਕੀ ਆਊਗਾ, ਦ ਆਊਗਾ। ਠੀਕ ਹੈ ਜੀ, ਹੋਰ ਦੱਸ ਦਿੰਦੀ ਤੁਹਾਨੂੰ ਮੈਂ, USSR, ਰਸ਼ੀਆ ਦਾ ਪਹਿਲਾ ਵਾਲਾ ਨੇਮ ਹੈ ਨਾ, ਕਹਿੰਦੇ ਹੁੰਦੇ ਸੀ ਨਾ USSR, ਇਹਦੀ ਫੁੱਲ ਫਾਰਮ ਕੀ ਹੈ, ਯੂਨੀਅਨ ਆਫ ਸੋਵੀਅਤ ਐਂਡ ਸੋਸ਼ਲਿਸਟ ਰਿਪਬਲਿਕ। ਹੁਣ ਇਹਦੇ ਅੱਗੇ ਵੀ ਕੀ ਹੈ, ਆਪਾਂ ਦ ਲਗਾਵਾਂਗੇ ਕਿਉਂਕਿ ਯੂਨੀਅਨ ਲੱਗਿਆ ਮਿਲ ਗਿਆ। ਠੀਕ ਹੈ ਜੀ, ਕੰਟਰੀਜ਼ ਦੇ ਨੇਮ ਹੈ, ਤੁਹਾਨੂੰ ਯਾਦ ਥੋੜ੍ਹੇ ਜਿਹੇ ਰੱਖਣੇ ਪੈਣਗੇ। ਵੈਸੇ ਮੇਰੇ ਹਿਸਾਬ ਨਾਲ ਤੁਹਾਨੂੰ ਇੰਨਾ ਮੱਥਾ ਮਾਰਨ ਦੀ ਲੋੜ ਨਹੀਂ ਹੈ, ਕਿਉਂਕਿ ਤੁਸੀਂ ਕਰੰਟ ਅਫੇਅਰ ਪੜ੍ਹਦੇ ਰਹਿੰਦੇ ਹੋ ਹੈ ਨਾ, ਤਾਂ ਕੰਟਰੀਜ਼ ਦੇ ਨੇਮ ਆਉਂਦੇ ਰਹਿੰਦੇ, ਉਹਦੇ ਵਿੱਚ ਚੈੱਕ ਰਿਪਬਲਿਕ ਵੀ ਤੁਸੀਂ ਪੜ੍ਹਿਆ ਹੋਊਗਾ, ਇਹਦੇ ਅੱਗੇ ਵੀ ਦ ਆਊਗਾ ਕਿਉਂਕਿ ਰਿਪਬਲਿਕ ਆ ਗਿਆ ਇਹਦੇ ਵਿੱਚ। ਇੱਕ ਹੋਰ ਦੱਸਦੀ ਹਾਂ ਨੇਮ, ਹੁਣ ਇੰਡੀਆ ਹੈ ਜਿਹੜਾ, ਇੰਡੀਆ ਆਪਣੇ ਆਪ ਦੇ ਵਿੱਚ ਇੱਕ ਪ੍ਰੋਪਰ ਨਾਊਨ ਹੈ, ਅਤੇ ਪ੍ਰੋਪਰ ਨਾਊਨ ਦੇ ਅੱਗੇ ਕਦੇ ਵੀ ਆਰਟੀਕਲ ਨਹੀਂ ਲੱਗਦਾ, ਇੰਡੀਆ ਦੇ ਅੱਗੇ ਆਰਟੀਕਲ ਬਿਲਕੁਲ ਨਹੀਂ ਆਊਗਾ। ਬਟ ਆਪਣੇ ਸੰਵਿਧਾਨ ਦੇ ਵਿੱਚ ਨਾ ਇੰਡੀਆ ਨੂੰ ਕੀ ਕਿਹਾ ਗਿਆ ਹੈਗਾ, ਰਿਪਬਲਿਕ ਆਫ ਇੰਡੀਆ ਕਿਹਾ ਗਿਆ, ਗਣਤੰਤਰ ਹੈ ਨਾ, ਮਤਲਬ ਇੰਡੀਆ ਕਿਹਾ ਗਿਆ, ਰਿਪਬਲਿਕ ਆਫ ਇੰਡੀਆ। ਇਹ ਰਿਪਬਲਿਕ ਕਰਕੇ ਫਿਰ ਜੇ ਇੱਦਾਂ ਮਿਲ ਜਾਂਦਾ ਤੁਹਾਨੂੰ ਸੈਂਟੈਂਸ ਦੇ ਵਿੱਚ, ਫਿਰ ਆਪਾਂ ਦਾ ਲਗਾਵਾਂਗੇ। ਜੇ ਸੈਂਟੈਂਸ ਦੇ ਵਿੱਚ ਇਕੱਲਾ ਇੰਡੀਆ ਦਿੱਤਾ ਆਪਾਂ ਕੋਈ ਆਰਟੀਕਲ ਨਹੀਂ ਲਾਉਂਦੇ, ਬਟ ਜੇ ਆਪਾਂ ਨੂੰ ਦ ਰਿਪਬਲਿਕ ਆਫ ਇੰਡੀਆ ਦੇਤਾ ਨਾ, ਫਿਰ ਆਪਾਂ ਦ ਲਗਾਵਾਂਗੇ। ਹੋਪਸ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ ਕਿ ਕਿਹਦੇ ਅੱਗੇ ਆਪਾਂ ਦਾ ਲਗਾਉਣਾ ਹੈ। ਠੀਕ ਹੈ, ਐਕਸੈਪਸ਼ਨਸ ਯਾਦ ਰੱਖਣੀਆਂ ਰੂਲ ਦੀਆਂ। ਹੁਣ ਐਕਸੈਪਸ਼ਨਸ ਕੀ ਕਹਿੰਦੀਆਂ ਨੇ ਜੀ, ਇਸ ਰੂਲ ਦੀਆਂ ਐਕਸੈਪਸ਼ਨ ਕਹਿੰਦੀਆਂ ਨੇ, ਹੁਣ ਤੱਕ ਮੈਂ ਤੁਹਾਨੂੰ ਦੱਸਿਆ ਵੀ ਜਿਹੜੀ ਕੰਟਰੀਜ਼ ਅੱਗੇ ਇਹਨਾਂ ਤਿੰਨਾਂ 'ਚੋਂ ਕੋਈ ਨੇਮ ਲੱਗਦਾ, ਵਰਡ ਲੱਗਦਾ, ਆਪਾਂ ਉੱਥੇ ਦਾ ਲਗਾ ਦਾਂਗੇ। ਪਰ ਐਕਸੈਪਸ਼ਨ ਦੇ ਵਿੱਚ ਮੈਂ ਤੁਹਾਨੂੰ ਕੁਝ ਕੁ ਪਲੇਸਿਸ ਦੇ ਨੇਮ ਲਿਖਾਉਂਦੀ ਹਾਂ ਜਿਨ੍ਹਾਂ ਦੇ ਅੱਗੇ ਇਹਨਾਂ ਦੇ ਵਿੱਚੋਂ ਕੋਈ ਵੀ ਵਰਡ ਨਹੀਂ ਲੱਗਦਾ, ਪਰ ਆਪਾਂ ਉੱਥੇ ਫਿਰ ਵੀ ਦਾ ਲਾਵਾਂਗੇ। ਠੀਕ ਹੈ, ਉਹਨਾਂ ਦੇ ਬੈਕਗਰਾਊਂਡ ਜਾਂ ਹਿਸਟਰੀ ਕਰਕੇ। ਠੀਕ ਹੈ, ਉਹ ਕਿਹੜੇ ਨੇਮ ਨੇਗੇ, ਨੋਟ ਰੱਖੋ। ਪੰਜਾਬ ਦੇ ਅੱਗੇ ਹਮੇਸ਼ਾ ਦਾ ਲੱਗਦਾ। ਨੀਦਰਲੈਂਡਸ ਦੇ ਅੱਗੇ ਵੀ ਦਾ ਲੱਗਦਾ। ਵੈਸਟ ਇੰਡੀਜ਼ ਦੇ ਅੱਗੇ ਦਾ ਲੱਗਦਾ। ਸਾਊਥ ਸੁਡਾਨ ਦੇ ਅੱਗੇ ਵੀ ਦਾ ਲੱਗਦਾ। ਠੀਕ ਹੈ, ਤੇ ਇੱਕ ਕੋਂਗੋ ਦੇ ਅੱਗੇ ਵੀ ਦਾ ਲੱਗਦਾ। ਕਿਹੜੇ ਕੀਤੇ ਆਪਾਂ, ਪੰਜਾਬ, ਨੀਦਰਲੈਂਡਸ, ਵੈਸਟ ਇੰਡੀਜ਼, ਸਾਊਥ ਸੁਡਾਨ ਤੇ ਕੋਂਗੋ। ਠੀਕ ਹੈ, ਇਹਨੂੰ ਇੱਕ ਦੋ ਵਾਰੀ ਪੜ੍ਹ ਲਿਓ, ਇਹਨਾਂ ਦੇ ਅੱਗੇ ਦਾ ਲੱਗਦਾ ਹੀ ਲੱਗਦਾ। ਓਕੇ, ਅੱਛਾ, ਹੁਣ ਜਿਵੇਂ ਮੈਂ ਲਿਖਾਂ, ਕੁਛ ਵੀ ਲਿਖਦਾ ਮੈਂ, ਮੰਨ ਲਓ ਲਿਖਤਾ ਮੈंने ਡੈਸ਼ ਪਾ ਕੇ ਲਿਖਤਾ ਰਾਜਸਥਾਨ, ਉਹ ਤੋਂ ਬਾਅਦ ਮੈਂ ਲਿਖਤਾ ਸੈਂਟੈਂਸ, ਤਾਂ ਕੀ ਇੱਥੇ ਲੱਗੂਗਾ ਦਾ? 1 ਮਿੰਟ ਵੀਡੀਓ ਨੂੰ ਪੌਜ਼ ਕਰਕੇ ਆਪਣੇ ਦਿਮਾਗ ਨਾਲ ਸੋਚੋ ਕਿ ਇਹਦੇ ਅੱਗੇ ਦਾ ਲੱਗੂਗਾ ਕਿ ਨਹੀਂ ਲੱਗੂਗਾ। ਬਿਲਕੁਲ ਨਹੀਂ ਲੱਗਦਾ, ਕਿਉਂਕਿ ਰਾਜਸਥਾਨ ਇੱਕ ਪ੍ਰੋਪਰ ਨਾਊਨ ਹੈ, ਇਹਦੇ ਅੱਗੇ ਬਿਲਕੁਲ ਦਾ ਨਹੀਂ ਲੱਗਦਾ। ਠੀਕ ਹੈ ਜੀ, ਇਹ ਕਲੀਅਰ ਰੱਖਣਾ ਰੂਲ। ਆਪਣਾ ਰੂਲ ਕੀ ਕਹਿੰਦਾ ਹੈ, ਕਿਸੇ ਵੀ ਕੰਟਰੀ ਜਾਂ ਸਟੇਟ ਦੇ ਅੱਗੇ ਯੂਨੀਅਨ, ਯੂਨਾਈਟਿਡ ਜਾਂ ਰਿਪਬਲਿਕ ਲੱਗਦਾ, ਆਪਾਂ ਉਹਦੇ ਅੱਗੇ ਦਾ ਲਗਾਉਂਦੇ ਹਾਂ। ਬਟ ਕੀ ਹੈ, ਕੁਝ ਕੁ ਪਲੇਸਿਸ ਦੇ ਨੇਮ ਐਵੇਂ ਦੇ ਆ ਜਿਨ੍ਹਾਂ ਦੇ ਵਿੱਚ ਇਹਨਾਂ ਦੇ ਵਿੱਚੋਂ ਕੋਈ ਵੀ ਵਰਡ ਨਹੀਂ ਆਉਂਦਾ, ਬਟ ਆਪਾਂ ਫਿਰ ਵੀ ਦਾ ਲਾਉਂਦੇ ਹਾਂ। ਕਿਹੜੇ ਆ? ਪੰਜਾਬ, ਨੀਦਰਲੈਂਡਸ, ਵੈਸਟ ਇੰਡੀਜ਼, ਸਾਊਥ ਸੁਡਾਨ ਤੇ ਕੋਂਗੋ। ਠੀਕ ਹੈ, ਨੈਕਸਟ ਰੂਲ ਦੇ ਉੱਤੇ ਮੂਵ ਔਨ ਕਰ ਰਹੀ ਹਾਂ। ਲਾਸਟ ਰੂਲ ਹੈ ਆਪਣਾ ਅੱਜ ਦੀ ਵੀਡੀਓ ਦਾ, ਇਹ ਹੈਗਾ ਜੀ ਜੋਗ੍ਰਾਫੀਕਲ ਡਾਇਰੈਕਸ਼ਨਸ ਦਾ ਰੂਲ। ਇਹ ਆਪਾਂ ਨੂੰ ਕੀ ਕਹਿੰਦਾ, ਜਿੰਨੀਆਂ ਵੀ ਆਪਣੀਆਂ ਡਾਇਰੈਕਸ਼ਨਸ ਹੈ ਨਾ, ਦੇਖੋ ਆਪਣੀਆਂ 4 ਡਾਇਰੈਕਸ਼ਨ ਬਣਾਤੀਆਂ ਮੈਂ, ਨਾਰਥ, ਸਾਊਥ, ਵੈਸਟ ਤੇ ਈਸਟ। ਠੀਕ ਹੈ, ਇੱਕ ਤੁਹਾਨੂੰ ਤਰੀਕਾ ਦੱਸਦੀ ਹਾਂ ਡਾਇਰੈਕਸ਼ਨ ਯਾਦ ਰੱਖਣ ਦਾ, ਕਿਉਂਕਿ ਤੁਹਾਡਾ ਰੀਜ਼ਨਿੰਗ ਦਾ ਡਾਇਰੈਕਸ਼ਨ ਚੈਪਟਰ ਚੱਲ ਰਿਹਾ ਨਾ, ਤਾਂ ਕਰਕੇ ਦੱਸ ਰਹੀ ਹਾਂ
ਕਈਆਂ ਨੂੰ ਨਾ ਇਦਾਂ ਤਾਂ ਪਤਾ ਹੁੰਦਾ ਵੀ ਨਾਰਥ ਸਾਊਥ ਕਿੱਧਰ ਹੈ, ਐ ਨਹੀਂ ਪਤਾ ਹੁੰਦਾ ਵੀ ਵੈਸਟ ਈਸਟ ਕਿੱਧਰ ਹੈ। ਉਹ ਇੱਥੇ ਕਈ ਵਾਰ ਈਸਟ ਲਾ ਦਿੰਦੇ ਆ, ਇੱਥੇ ਕਈ ਵਾਰ ਵੈਸਟ ਲਾ ਦਿੰਦੇ ਆ। ਤੁਹਾਨੂੰ ਤਰੀਕਾ ਦੱਸਦੀ ਹਾਂ, ਦੇਖੋ ਇਹਨੂੰ ਨਾ ਪਤਾ ਕਿਵੇਂ ਬਣਾ ਲਿਆ ਕਰੋ। ਇਦਾਂ ਨਾਰਥ ਸਾਊਥ ਤਾਂ ਪਤਾ ਆਪਾਂ ਨੂੰ, ਇਹਨੂੰ ਲਿਖੋ ਤੁਸੀਂ ਵੀ, ਇੰਗਲਿਸ਼ ਦਾ ਇਦਾਂ ਲਿਖਦੇ ਨਾ ਆਪਾਂ ਵੀ, ਤਾਂ ਇਦਾਂ ਲਿਖ ਲਓ ਇਹਨੂੰ ਵੀ, ਤਾਂ ਇਹ ਤੁਹਾਨੂੰ ਇਸ ਤਰੀਕੇ ਨਾਲ ਬਿਲਕੁਲ ਯਾਦ ਰਹਿ ਜਾਊਗਾ, ਕਦੇ ਵੀ ਨਹੀਂ ਭੁੱਲੋਗੇ। ਹੁਣ ਆਪਣੀਆਂ ਦੇਖੋ 4 ਡਾਇਰੈਕਸ਼ਨ ਤਾਂ ਇਹ ਹੋ ਗਈਆਂ ਹਨਾ, ਤੇ 4 ਆ ਵੀ ਤਾਂ ਹੋ ਗਈਆਂ ਨਾ, ਜਿਵੇਂ ਆ ਹੋ ਗਈ ਨਾਰਥ ਈਸਟ, ਸਾਊਥ ਈਸਟ, ਸਾਊਥ ਵੈਸਟ ਤੇ ਨਾਰਥ ਵੈਸਟ। 8 ਡਾਇਰੈਕਸ਼ਨਾਂ ਹੋ ਗਈਆਂ ਕੁੱਲ ਮਿਲਾ ਕੇ ਆਪਣੀਆਂ ਹਨਾ। ਤੇ 8 ਡਾਇਰੈਕਸ਼ਨਸ ਦੇ ਅੱਗੇ ਦਾ ਲੱਗਦਾ, ਦਾ ਈਸਟ, ਦਾ ਵੈਸਟ, ਦਾ ਸਾਊਥ ਈਸਟ, ਦਾ ਨਾਰਥ ਈਸਟ, ਦਾ ਨਾਰਥ ਵੈਸਟ, ਸਭ ਦੇ ਅੱਗੇ ਦਾ ਲੱਗੂਗਾ। ਇਹ ਤਾਂ ਹੋ ਗਈ ਇੱਕ ਗੱਲ ਨਿਬੜ ਗਈ ਹਨਾ। ਇਸ ਤੋਂ ਬਾਅਦ ਇੱਕ ਚੀਜ਼ ਨੋਟ ਰੱਖਣੀ ਹੈ ਤੁਸੀਂ, ਜਦੋਂ ਵੀ ਕਿਸੇ ਡਾਇਰੈਕਸ਼ਨ ਦਾ ਨੇਮ ਆ ਗਿਆ, ਉਸ ਤੋਂ ਬਾਅਦ ਮਿਲ ਗਿਆ ਤੁਹਾਨੂੰ ਪਲੇਸ ਦਾ ਨੇਮ। ਡਾਇਰੈਕਸ਼ਨ ਦਾ ਨੇਮ ਆ ਗਿਆ ਤੇ ਜਗ੍ਹਾ ਦਾ ਨੇਮ ਆ ਗਿਆ, ਉਸ ਤੋਂ ਬਾਅਦ ਉਹਦੇ ਅੱਗੇ ਆਰਟੀਕਲ ਨਹੀਂ ਆਉਂਦਾ ਦਾ। ਕਿਵੇਂ? ਐਗਜ਼ਾਮਪਲ ਦੇਖੋ, ਜਿਵੇਂ ਡਾਇਰੈਕਸ਼ਨ ਦਾ ਨੇਮ ਦਿੱਤਾ ਵੈਸਟ, ਪਲੇਸ ਦਾ ਨੇਮ ਦਿੱਤਾ ਉਹ ਤੋਂ ਬਾਅਦ ਬੰਗਾਲ, ਵੈਸਟ ਬੰਗਾਲ ਦਿੱਤਾ ਜਿੱਦਾਂ ਮੰਨ ਲਓ, ਤਾਂ ਇਹਦੇ ਅੱਗੇ ਆਰਟੀਕਲ ਨਹੀਂ ਆਉਂਦਾ। ਮੈਂ ਕੀ ਕਿਹਾ, ਕਦੋਂ ਨਹੀਂ ਆਰਟੀਕਲ ਆਉਂਦਾ ਦਾ? ਜਦੋਂ ਡਾਇਰੈਕਸ਼ਨ ਦਾ ਨੇਮ ਦਿੱਤਾ ਤੇ ਉਸ ਤੋਂ ਬਾਅਦ ਆਪਾਂ ਨੂੰ ਦਿੱਤਾ ਜਗ੍ਹਾ ਦਾ ਨਾਮ, ਉਹਦੇ ਅੱਗੇ ਆਰਟੀਕਲ ਬਿਲਕੁਲ ਵੀ ਨਹੀਂ ਆਉਂਦਾ। ਇਹਨੂੰ ਧਿਆਨ 'ਚ ਰੱਖਿਓ, ਠੀਕ ਹੈ। ਹੋਰ ਕੀ ਧਿਆਨ 'ਚ ਰੱਖਣ ਵਾਲੀ ਚੀਜ਼ ਹੈ ਇਹਦੇ ਵਿੱਚ? ਕਈ ਵਾਰੀ ਆਪਾਂ ਨੂੰ ਇਸ ਇੱਦਾਂ ਵੀ ਮਿਲ ਜਾਂਦਾ ਨਾ, ਵੈਸਟਰਨ, ਈਸਟਰਨ, ਵੈਸਟਰਨ, ਨਦਰਨ, ਸਦਰਨ, ਇੱਦਾਂ। ਜਿਵੇਂ ਮੰਨ ਲਓ ਲਿਖਿਆ ਵੈਸਟਰਨ ਰਾਜਸਥਾਨ ਜਾਂ ਕੁਛ ਵੀ ਹੈ, ਤਾਂ ਵੈਸਟਰਨ ਜਦੋਂ ERN ਫਾਰਮ ਦੇ ਵਿੱਚ ਆਪਾਂ ਨੂੰ ਡਾਇਰੈਕਸ਼ਨ ਦਾ ਨੇਮ ਮਿਲ ਜੇ ਤਾਂ ਵੀ ਆਪਾਂ ਦਾ ਲਾਉਂਦੇ ਹਾਂ। ਜੇ ਤੁਹਾਨੂੰ ਇੱਦਾਂ ਲਿਖਿਆ ਮਿਲ ਜੇ ਨਾ, ਵੈਸਟਰਨ ਪਾਰਟ ਆਫ, ਮਤਲਬ ਪਾਰਟ ਆਫ ਵਰਡ ਵੀ ਤੁਹਾਨੂੰ ਪਿੱਛੇ ਲੱਗਿਆ ਹੋਇਆ ਮਿਲ ਗਿਆ, ਤਾਂ ਵੀ ਆਪਾਂ ਦਾ ਲਗਾਵਾਂਗੇ, ਠੀਕ ਹੈ। ਸਾਰੇ ਰੂਲ ਨੂੰ ਮੈਂ ਦੁਬਾਰਾ ਤੋਂ ਸਮ ਅਪ ਕਰ ਰਹੀ ਹਾਂ। ਮੈਂ ਕੀ ਲਿਖਿਆ, ਕੀ ਦੱਸਿਆ ਤੁਹਾਨੂੰ ਇਸ ਰੂਲ ਦੇ ਵਿੱਚ? 8 ਦੀਆਂ 8 ਡਾਇਰੈਕਸ਼ਨਸ ਦੇ ਅੱਗੇ ਦਾ ਲੱਗੂਗਾ, ਪਰ ਜਦੋਂ ਡਾਇਰੈਕਸ਼ਨ ਦਾ ਨੇਮ ਦੇ ਕੇ ਪਿੱਛੇ ਪਲੇਸ ਦਾ ਨੇਮ ਦੇਤਾ ਆਪਾਂ ਨੂੰ, ਜਿਵੇਂ ਵੈਸਟ ਦੇ ਕੇ ਬੰਗਾਲ ਦੇਤਾ, ਫਿਰ ਆਪਾਂ ਦਾ ਲਾਉਂਦੇ ਨਹੀਂ। ਬਟ ਜੇ ਵੈਸਟਰਨ, ਈਸਟਰਨ ਇਸ ਫਾਰਮ ਦੇ ਵਿੱਚ ਤਾਂ ਵੀ ਦਾ ਲੱਗੂਗਾ। ਜੇ ਆਪਾਂ ਨੂੰ ਦਿੱਤਾ ਜਿਵੇਂ ਵੈਸਟਰਨ ਪਾਰਟ ਆਫ, ਸਦਰਨ ਪਾਰਟ ਆਫ, ਨਦਰਨ ਪਾਰਟ ਆਫ, ਫਿਰ ਵੀ ਦਾ ਲੱਗੂਗਾ। ਤਾਂ ਹੋਪਸੋ ਤੁਹਾਨੂੰ ਇਹ ਵੀ ਜਿਹੜਾ ਰੂਲ ਹੈਗਾ ਬਿਲਕੁਲ ਵਧੀਆ ਤਰੀਕੇ ਨਾਲ ਕਲੀਅਰ ਹੋਊਗਾ। ਵੀਡੀਓ ਨੂੰ ਐਂਡ ਕਰਨ ਤੋਂ ਪਹਿਲਾਂ ਤੁਹਾਨੂੰ 5 ਰੂਲ ਮੈਂ ਫਟਾਫਟ ਦੱਸ ਦਿੰਦੀ ਹਾਂ। ਸੁਪਰਲੇਟਿਵ ਡਿਗਰੀ ਹੁੰਦੀ ਹੈ 3rd ਡਿਗਰੀ ਐਡਜੈਕਟਿਵ ਦੀ, ਜਿਹਦੀ ਪਛਾਣ ਹੁੰਦੀ ਹੈ ਮੋਸਟ ਤੋਂ ਜਾਂ ਫਿਰ EST ਤੋਂ, ਆਪਾਂ ਉਹਦੇ ਅੱਗੇ ਦਾ ਲਗਾਉਂਦੇ ਹਾਂ, ਠੀਕ ਹੈ ਜੀ। ਉਸ ਤੋਂ ਬਾਅਦ ਆ ਗਿਆ ਆਫ ਦਾ ਟੂ ਰੂਲ। ਆਫ ਦਾ ਟੂ ਰੂਲ ਕੀ ਕਹਿੰਦਾ, ਆਪਾਂ ਨੂੰ ਜਦੋਂ ਦੋ ਦਾ ਕੰਪੈਰੀਜ਼ਨ ਕਰ ਰਹੇ ਹਾਂ ਉਦੋਂ ਕੰਪੈਰੀਟਿਵ ਡਿਗਰੀ ਯੂਜ਼ ਹੋਊਗੀ। ਆਫ ਦਾ ਟੂ ਤੋਂ ਬਾਅਦ ਜਿਹੜਾ ਨਾਊਨ ਲੱਗੂਗਾ ਉਹ ਕਿਹੜਾ ਲੱਗੂਗਾ ਜੀ? ਪਲੂਰਲ। ਵੇਟ ਆਫ ਦਾ ਟੂ ਤੋਂ ਬਾਅਦ ਜਿਹੜਾ ਨਾਊਨ ਲੱਗੂਗਾ ਉਹ ਕਿਹੜੀ ਫਾਰਮ ਦੇ ਵਿੱਚ ਲੱਗੂਗਾ? ਪਲੂਰਲ। ਇਸ ਤੋਂ ਪਹਿਲਾਂ ਜਿਹੜੀ ਡਿਗਰੀ ਯੂਜ਼ ਹੋਊਗੀ ਕਿਹੜੀ ਹੋਊਗੀ? ਕੰਪੈਰੀਟਿਵ। ਤੇ ਉਸ ਤੋਂ ਪਹਿਲਾਂ ਕੀ ਹੋਊਗਾ? ਦਾ ਆਰਟੀਕਲ ਦਾ ਯੂਜ਼ ਹੋਊਗਾ। ਨੈਕਸਟ, ਪੈਰਲਲ ਕੰਸਟਰਕਸ਼ਨ ਦਾ ਰੂਲ। ਇੱਕ ਚੀਜ਼ ਦੇ ਵਧਣ ਨਾਲ ਦੂਜੀ ਵੱਧ ਰਹੀ ਹੈ, ਇੱਕ ਦੇ ਘਟਣ ਨਾਲ ਦੂਜੀ ਘਟ ਰਹੀ ਹੈ, ਦੋਨਾਂ ਥਾਂ ਤੇ ਕੰਪੈਰੀਟਿਵ ਡਿਗਰੀ ਯੂਜ਼ ਹੋਊਗੀ ਤੇ ਦੋਨਾਂ ਦੇ ਮੂਹਰੇ ਆਰਟੀਕਲ ਹੈ ਜਿਹੜਾ ਉਹ ਦ ਲੱਗੂਗਾ। ਕਲੀਅਰ। ਨੈਕਸਟ ਹੈ ਯੂਨੀਅਨ, ਯੂਨਾਈਟਿਡ ਜਾਂ ਰਿਪਬਲਿਕ। ਕਿਸੇ ਕੰਟਰੀ ਸਟੇਟ ਦੇ ਅੱਗੇ ਇਹ ਨੇਮ ਆਪਾਂ ਨੂੰ ਵਰਡਸ ਮਿਲ ਜਾਂਦੇ ਆ ਤਾਂ ਆਪਾਂ ਦਾ ਲਗਾਵਾਂਗੇ, ਜਿਵੇਂ USA, ਯੂਨਾਈਟਿਡ ਕਿੰਗਡਮ, ਤਾਂ ਠੀਕ ਹੈ। ਅਗਰ ਕੀ ਆਪਾਂ ਨੂੰ ਮਤਲਬ ਕੁਝ ਕੁ 5 ਐਕਸੈਪਸ਼ਨਸ ਹੈਗੀਆਂ ਜਿਨ੍ਹਾਂ ਦੇ ਅੱਗੇ ਫਿਰ ਵੀ ਦਾ ਲੱਗਦਾ ਚਾਹੇ ਇਹ ਵਰਡ ਨਹੀਂ ਆਉਂਦੇ। ਉਹ ਕਿਹੜੇ ਆ? ਪੰਜਾਬ ਹੋ ਗਿਆ, ਨੀਦਰਲੈਂਡ ਹੋ ਗਿਆ, ਸਾਊਥ ਸੁਡਾਨ ਹੋ ਗਿਆ, ਕੋਨਗੋ ਹੋ ਗਿਆ, ਵੈਸਟ ਇੰਡੀਜ਼ ਹੋ ਗਿਆ, ਠੀਕ ਹੈ। ਉਸ ਤੋਂ ਬਾਅਦ ਆ ਗਿਆ ਜੀ ਆਪਣਾ ਨੈਕਸਟ ਵਾਲਾ ਜਿਓਗ੍ਰਾਫੀਕਲ ਡਾਇਰੈਕਸ਼ਨ। 8 ਦੀਆਂ 8 ਡਾਇਰੈਕਸ਼ਨਸ ਦੇ ਅੱਗੇ ਦਾ ਲੱਗਦਾ ਹੈ, ਬਟ ਕੀ ਹੈ ਜਦੋਂ ਡਾਇਰੈਕਸ਼ਨ ਦਾ ਨੇਮ ਦੇ ਕੇ ਪਿੱਛੇ ਪਲੇਸ ਦਾ ਨੇਮ ਦੇਤਾ ਆਪਾਂ ਦਾ ਨਹੀਂ ਲਗਾਉਂਦੇ। ਜੇ ਆਪਾਂ ਨੂੰ ਵੈਸਟਰਨ, ਈਸਟਰਨ ਇਸ ਤਰੀਕੇ ਨਾਲ ਦੇਤਾ ਫਿਰ ਵੀ ਦਾ ਲੱਗੂਗਾ। ਜੇ ਆਪਾਂ ਨੂੰ ਵੈਸਟਰਨ ਪਾਰਟ ਆਫ ਦੇਤਾ, ਪਾਰਟ ਆਫ ਵਰਡ ਮਿਲ ਗਿਆ, ਫਿਰ ਵੀ ਦਾ ਲੱਗੂਗਾ, ਠੀਕ ਹੈ। ਇਹ ਕੁਝ ਕੁ ਰੂਲਸ ਨੇਗੇ ਜਿਹੜੇ ਦ ਆਰਟੀਕਲ ਦੇ ਨੇ। ਕਾਫੀ ਸਾਰੇ ਰੂਲ ਹੈ, 25 ਰੂਲਸ ਨੇ ਨੀਅਰ ਅਬਾਊਟ ਜਿਹੜੇ ਕਰਨ ਵਾਲੇ ਨੇਗੇ, ਬਟ ਇਸ ਵੀਡੀਓ ਦੇ ਵਿੱਚ ਮੈਂ ਸਿਰਫ 5 ਹੀ ਕਵਰ ਕੀਤੇ ਆ। ਕਮੈਂਟਸ ਦੇ ਵਿੱਚ ਆਪਣਾ ਫੀਡਬੈਕ ਜ਼ਰੂਰ ਦਈਓ, ਭੁੱਲਣਾ ਨਹੀਂ ਹੈਗਾ, ਕਿਉਂਕਿ ਗ੍ਰਾਮਰ ਦੀ ਤੁਹਾਡੀ ਪਹਿਲੀ ਵੀਡੀਓ ਹੈ ਇਸ ਚੈਨਲ ਦੇ ਉੱਤੇ। ਆਪਣਾ ਫੀਡਬੈਕ ਜ਼ਰੂਰ ਦੇ ਕੇ ਜਾਈਓ ਕਿ ਤੁਹਾਨੂੰ ਕਿੰਨਾ ਕੁ ਸਮਝ ਲੱਗਿਆ ਆਰਟੀਕਲ ਚੈਪਟਰ, ਠੀਕ ਹੈ ਜੀ। ਤੇ ਮਿਲਦੇ ਹਾਂ ਨੈਕਸਟ ਪਾਰਟ ਦੇ ਵਿੱਚ। ਆਰਟੀਕਲਸ ਤੁਹਾਨੂੰ ਜ਼ਰੂਰ YouTube ਤੇ ਕਵਰ ਕਰਾਉਂਗੀ, ਅਦਰਵਾਈਜ਼ ਜਿਹੜੀ ਸਾਰੀ ਗ੍ਰਾਮਰ ਹੈ ਉਹ ਪੇਡ ਕੋਰਸ ਦੇ ਵਿੱਚ ਹੀ ਕਰਾਈ ਜਾਂਦੀ ਹੈ। ਜੇ ਤੁਸੀਂ ਜੁਆਇਨ ਕਰਨਾ ਚਾਹੁੰਦੇ ਹੋ ਤੁਸੀਂ ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਕਰ ਲਓ, ਉੱਥੇ ਮੈਨੂੰ ਸੀਕਰੇਟ ਚੈਟ 'ਚ ਵੀ ਮੈਸੇਜ ਕਰ ਸਕਦੇ ਹੋ, ਡਿਸਕਸ਼ਨ ਗਰੁੱਪ 'ਚ ਜਾਂ ਕਮੈਂਟ ਕਰ ਦਿਓ ਜੇ ਕਿਸੇ ਨੂੰ ਕੁਝ ਜ਼ਿਆਦਾ ਇਨਫੋਰਮੇਸ਼ਨ ਚਾਹੀਦੀ ਹੈ, ਮੈਂ ਉੱਥੇ ਵੀ ਰਿਪਲਾਈ ਕਰ ਦੂੰਗੀ, ਠੀਕ ਹੈ ਜੀ। ਤੇ 20th ਇਸ ਮੰਥ ਦੀ 20th ਤੋਂ ਸਟਾਰਟ ਹੈਗਾ, 3 ਡੇਜ਼ ਬਾਅਦ, ਮਤਲਬ ਜਦੋਂ ਮੈਂ ਹੁਣ ਸ਼ੂਟ ਕਰ ਰਹੀ ਹਾਂ 3 ਡੇਜ਼ ਬਾਅਦ ਸਟਾਰਟ ਹੈਗਾ। ਤੇ ਉਸ ਤਰੀਕ ਤੋਂ ਬਾਅਦ ਮੈਂ ਕਿਸੇ ਦੀ ਐਡਮਿਸ਼ਨ ਐਡਮਿਟ ਨਹੀਂ ਕਰਨੀ, ਪਟਵਾਰੀ ਤੋਂ ਪਹਿਲਾਂ ਸਾਰੀ ਗ੍ਰਾਮਰ ਆਪਾਂ ਕੰਪਲੀਟ ਕਰ ਲਾਂਗੇ ਤੇ ਬੈਸਟ ਵੇ ਨਾਲ ਕਰਾਂਗੇ। ਥੈਂਕ ਯੂ ਸੋ ਮਚ ਜੀ। ਮਿਲਦੇ ਹਾਂ ਨੈਕਸਟ ਪਾਰਟ ਦੇ ਵਿੱਚ। ਸਾਰੀਆਂ ਵੀਡੀਓਜ਼ ਨੂੰ ਚੈੱਕਆਊਟ ਕਰ ਲਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਿਨ੍ਹਾਂ ਨੇ ਨਹੀਂ ਕੀਤਾ। ਥੈਂਕ ਯੂ।